ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਨਾ ਤੁਮ ਡੁਲ ਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਾਕਉ, ਤੂੰ ਠਾਕੁਰ ਉੱਚ ਭਗਵਾਨਾ। ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਚਬਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ ਬਰਦੋ ਆਲਮ ਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਬਹੁਤ ਪ੍ਰੇਮ ਭਾਵਨਾ ਦੇ ਨਾਲ ਆਪ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੋ। ਬਾਬਾ ਸ਼ੇਖ ਫਰੀਦ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਹੋਂ ਬਿਰਹੋਂ ਜਾਲੀ। ਆਓ ਜੀ ਇसी ਸ਼ਬਦ ਨੂੰ ਆਧਾਰ ਬਣਾ ਕੇ ਆਪ ਸੰਗਤ ਦੀ ਸੇਵਾ ਕਰ ਸਕਾਂ। ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਨੇ, ਤੇ ਚਾਰ ਸ਼ਬਦਾਂ ਤੋਂ ਅਲੱਗਾ ਸਲੋਕ 12 ਤੇ ਵਧੀਕ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਸਲੋਕ ਨੇ। ਆਪ ਸਾਰੀਆਂ ਸੰਗਤਾਂ ਸੀਸ ਬਖਸ਼ੋ ਜਿਨ੍ਹਾਂ ਗੁਰਦਰਬਾਰ ਵਿੱਚ ਮੌਜੂਦ ਹੋ। ਪਾਕ ਪਟਨ ਦੀ ਧਰਤੀ ਤੋਂ ਪੁਰਾਤਨ ਭਗਤਾਂ ਵਿੱਚੋਂ ਬਾਬਾ ਸ਼ੇਖ ਫਰੀਦ ਹੈਗੇ। ਪਹਿਲੇ ਪੁਰਾਤਨ ਭਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਜੈਦੇਵ ਜੀ ਹੋਣੇ, ਜਿਨ੍ਹਾਂ ਦੀ ਜਿਹੜੀ ਜਨਮ ਤਿਥੀ, ਜਿਨ੍ਹਾਂ ਦੀ ਆਮਦ ਮਿਲਦੀ ਹੈ 1170 ਈਸਵੀ ਦੀ, ਤੇ ਬਾਬਾ ਸ਼ੇਖ ਫਰੀਦ ਜੀ ਦਾ ਜਿਹੜਾ ਸਮਾਂ 1173 ਈਸਵੀ ਦਾ। ਸੋ ਵਨ ਆਫ ਦਾ ਓਲਡੈਸਟ ਭਗਤ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ, ਸਤਿਗੁਰ ਜੀ ਮਿਹਰ ਕਰਨ, ਆਪ ਅਸੀਸ ਬਖਸ਼ੋ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ 17 ਤੋਂ ਲੈ ਕੇ 22 ਭਾਸ਼ਾਵਾਂ ਤੱਕ ਖੋਜੀਆਂ ਨੇ। ਜਿਸ ਤਰ੍ਹਾਂ ਅੱਜ ਤੁਸੀਂ ਹੁਕਮਨਾਮਾ ਸਰਵਣ ਕਰਕੇ ਆ ਰਹੇ ਹੋ, ਬਾਰ ਬੋਰਡ ਤੇ ਲਿਖਿਆ ਹੋਇਆ, ਭਗਤ ਨਾਮਦੇਵ ਜੀ ਦਾ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸਾ ਬਿਰਾ ਆਥੂਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰਕਾ ਬਾਗਰਾ, ਨਾਚੈ ਪਿੰਧੀ ਮੈਂ ਸਾਗਰਾ। ਇਹ ਸ਼ਬਦ ਬਾਬਾ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ। The geographical condition of ਭਗਤ ਨਾਮਦੇਵ ਜੀ is ਮਹਾਰਾਸ਼ਟਰ। ਜਿਹੜਾ ਜੋਗ੍ਰਾਫਿਕਲ ਉਹਨਾਂ ਦਾ ਇਲਾਕਾ ਹੈ ਉਹ ਮਹਾਰਾਸ਼ਟਰ ਦਾ ਹੈ, ਤੇ ਜਿਹੜੇ ਇਲਾਕੇ ਦਾ ਬੰਦਾ ਹੁੰਦਾ ਹੈ ਉਹੋ ਜੀ ਭਾਸ਼ਾ ਬੋਲਦਾ। ਅਸੀਂ ਪੰਜਾਬ ਤੋਂ ਆ ਤੇ ਪੰਜਾਬੀ ਬੋਲਦੇ ਆ, ਸਾਡੀ ਮਾਂ ਬੋਲੀ ਹੈ। ਜਿਹੜਾ ਮਹਾਰਾਸ਼ਟਰ ਤੋਂ ਹੈ ਮਰਾਠੀ ਬੋਲਦਾ, ਜਿਹੜਾ ਬੰਗਾਲ ਤੋਂ ਬੰਗਾਲੀ ਬੋਲਦਾ, ਜਿਹੜਾ ਤਮਿਲ ਹੈ ਉਹ ਤੇਲਗੂ ਬੋਲਦਾ। ਸੋ ਇਸ ਤਰ੍ਹਾਂ ਜੋ ਭਾਸ਼ਾਵਾਂ ਜੋ ਇਲਾਕੇ ਤੋਂ ਹੈ, 17 ਭਗਤਾਂ ਭਾਵ 11 ਭੱਟਾਂ 15 ਭਗਤਾਂ ਦੀ ਜਿਹੜੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਾਸ਼ਾਵਾਂ ਨੇ ਨਾ, ਜਿਹੜੀ ਲਿਪੀ ਗੁਰਮੁਖੀ ਹੈ, ਪਰ ਭਾਸ਼ਾਵਾਂ 17 ਤੋਂ ਉੱਤੇ ਨੇ, 22 ਤੱਕ ਨੇ। ਤੇ ਇਹ ਜਿਹੜੀ ਭਾਸ਼ਾ ਦੇ ਵਿੱਚ ਜਿਹੜਾ ਤੁਸੀਂ ਹੁਕਮਨਾਮਾ ਪੜ੍ਹ ਰਹੇ ਹੋ, ਪਹਿਲ ਪੁਰੀਏ ਪੁੰਡਰਕ ਬਨਾ, ਇਹ ਮਰਾਠੀ ਹੈ। ਤੇ ਮਰਾਠੀ ਦੇ ਵਿੱਚ ਬਾਬਾ ਭਗਤ ਨਾਮਦੇਵ ਜੀ ਨੇ ਬਾਣੀ ਉਚਾਰੀ, ਤੇ ਮਰਾਠੀ ਦੇ ਵਿੱਚ ਹੀ ਹੂਬਹੂ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ
ਗੁਰੂ ਨਾਨਕ ਸਾਹਿਬ ਜੀ ਲੈ ਕੇ ਆਏ ਤੇ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੀ। ਇਸੇ ਤਰ੍ਹਾਂ ਬੰਗਾਲੀ ਦੇ ਭਗਤ ਨੇ ਭਗਤ ਜੈਦੇਵ ਜੀਓ, ਜਿਨ੍ਹਾਂ ਨੇ ਬਾਣੀ ਬੰਗਾਲੀ ਤੇ ਸੰਸਕ੍ਰਿਤ ਦੇ ਵਿੱਚ ਉਚਾਰਨ ਕੀਤੀ ਹੈ, ਤੁਰਕੀ ਬਾਣੀ, ਪਰ ਜਿਹੜੀ ਭਾਖਿਆ ਦਾ ਭਾਂਡਾ ਸੀ ਉਸ ਭਾਖਿਆ ਦੇ ਰੂਪ ਵਿੱਚ ਨਿਕਲੀ। ਗੁਰੂ ਨਾਨਕ ਸਾਹਿਬ ਜੀ ਲਹਿੰਦੇ ਪੰਜਾਬ ਤੋਂ ਸਨ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਲਹਿੰਦੇ ਦੀ ਖੁਸ਼ਬੂ ਆਉਂਦੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਇਸ ਤਰ੍ਹਾਂ ਜੋ ਜੋ ਜਿਹੜੇ ਇਲਾਕੇ ਤੋਂ ਆਇਆ, ਭਗਤ ਨਾਮਦੇਵ ਜੀ ਮਰਾਠੀ ਬੋਲਦੇ ਨੇ ਤੇ ਮਰਾਠੀ ਦੇ ਵਿੱਚ ਹੈ। ਰਾਜਸਥਾਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ ਘਣੋ 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 ਸਦ ਲੋੜ ਹੈ। ਬੰਗਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ ਭਗਤ ਜੈਦੇਵ ਜੀ ਦੀ, ਜਿਹਨੂੰ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਭਗਤ ਜੈਦੇਵ ਜੀ ਦਾ, ਪਰਮਾਤ ਪੁਰਖੋਤਮ ਸਦ ਆਦ ਭਾਵ ਰਥਿਅਮ ਰਤਿਅੰ। ਇਹ ਸ਼ਬਦ ਬੰਗਾਲੀ ਦੇ ਵਿੱਚ ਹੈ, ਭਾਸ਼ਾ ਦੀ ਬੰਗਾਲੀ ਹੈ। ਮਨੋਪਿਮੰਗ ਜਿਹੜਾ ਇਹ ਲਫ਼ਜ਼ ਹੈ ਬੰਗਾਲੀ ਸੰਸਕ੍ਰਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖੜੀ ਬੋਲੀ ਇਹਦੇ ਵਿੱਚ ਹੈ, ਰਾਜਸਥਾਨੀ ਵਰਗੀ। ਲਹਿੰਦੀ ਪੰਜਾਬ ਦੀ ਬੋਲੀ ਹੈ, ਇਹਦੇ ਵਿੱਚ ਪੰਜਾਬ ਦੀ ਭਾਸ਼ਾ ਹੈ। ਇਸ ਤੋਂ ਅਲੱਗਾ ਇਹਦੇ ਵਿੱਚ ਅਸੀਂ ਰਾਜਸਥਾਨੀ, ਬੰਗਾਲੀ, ਮਰਾਠੀ ਇੱਕ ਰੇਖਤਾ ਪੜ੍ਹਦੇ ਹਾਂ। ਰੇਖਤਾ ਦਾ ਮਤਲਬ ਹੈ ਉਰਦੂ, ਅਰਬੀ, ਫਾਰਸੀ, ਇਹ ਤਿੰਨੋਂ ਦਾ ਮਿਸ਼ਰਣ। ਤਿੰਨ ਭਾਸ਼ਾਵਾਂ ਵੱਖਰੀਆਂ ਵੱਖਰੀਆਂ ਹੋ ਗਈਆਂ ਜੀ। ਉਰਦੂ ਵੱਖਰੀ ਹੈ, ਫਾਰਸੀ ਵੱਖਰੀ ਹੈ ਤੇ ਅਰਬੀ ਵੱਖਰੀ ਹੈ, ਤੇ ਤਿੰਨਾਂ ਦਾ ਮਿਸ਼ਰਣ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਤਿੰਨੋਂ ਭਾਸ਼ਾਵਾਂ ਨੇ। ਨਮਸਕਾਰ ਕਰੋ ਐਸੇ ਗੁਰਦੇਵ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵੇਲੇ ਮੱਕੇ ਦੀ ਧਰਤੀ ਤੇ ਗਏ, ਸ਼ਬਦ ਉਚਾਰਨ ਕੀਤਾ, ਉੱਥੇ ਉਸੇ ਭਾਸ਼ਾ 'ਚ ਯਖ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੁਏ ਅਜ਼ਰਾइल गिरफ्ता है दिल हेच ना जानी जन पिसर पदर बिरादरा कसनेस दस्तंगीर आखर बेफ्तम कशना दारद चूं शब तकबीर शबरोज गश्तम दर हवा कर देम बदी ख्याल गाहे ना नेकी कार करदम मम ई चूं अहवाल बदबख्त हम चूं बखील गाफल बे नजर बेबाक नानक बुगोयत जन तुरा तेरे चा करा पा खाक। ਇਹ ਇਕੱਲਾ ਗੁਰੂ ਨਾਨਕ ਸਾਹਿਬ ਨਹੀਂ, ਗੁਰੂ ਅਰਜਨ ਸਾਹਿਬ ਜੀ ਨੇ ਵੀ ਜਦ ਵੱਖ-ਵੱਖ ਭਾਸ਼ਾਵਾਂ ਵਿੱਚ ਤੁਰਕੀ ਬਾਣੀ ਉਚਾਰੀ ਤੇ ਫਾਰਸੀ, ਅਰਬੀ ਤੇ ਉਰਦੂ ਦਾ ਮਿਸ਼ਰਤ ਇੱਕ ਸ਼ਬਦ ਉਚਾਰਿਆ। ਖਾਕ ਨੂਰ ਕਰਦੰ ਆਲਮ ਦੁਨੀਆਏ, ਤਿਲੰਗ ਮਹੱਲਾ ਪੰਜਵਾਂ। ਅਸਮਾਨ, ਜ਼ਮੀਨ, ਦਰਖਤ, ਆਗ, ਆ ਚਾਰ ਚੀਜ਼ਾਂ ਦਸੀਆਂ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੈਨੂੰ 10 ਬੰਦਿਆ ਅਸਮਾਨ ਤੂੰ ਬਣਾ ਸਕਦਾ ਹੈ? ਨਹੀਂ। ਜ਼ਮੀਨ ਤੂੰ ਬਣਾ ਸਕਦਾ ਹੈ? ਨਹੀਂ। ਅਸਮਾਨ, ਜ਼ਮੀਨ, ਦਰਖਤ, ਇਹ ਕੋਈ ਬੰਦਾ ਦਰਖਤ ਬਣਾ ਸਕਦਾ ਹੈ? ਫੈਕਟਰੀ ਲਾ ਸਕਦਾ ਵੀ ਮੈਂ ਫੈਕਟਰੀ ਦਰਖਤ ਬਣਾ ਰਿਹਾ, ਰੁੱਖ ਬਣਾ ਰਿਹਾ ਮੈਂ, ਬੂਟੇ? ਨਹੀਂ। ਤੇ ਫਿਰ ਅਸਮਾਨ, ਜ਼ਮੀਨ, ਦਰਖਤ, ਆਬ, ਦੱਸ ਤੇਰੀ ਔਕਾਤ, ਮੈਂ ਤੈਨੂੰ ਦੱਸਦਾ ਪਾਣੀ ਬਣਾ ਸਕਦਾ ਹੈ ਤੂੰ? ਔਰ ਇਹਨਾਂ ਚਾਰ ਚੀਜ਼ਾਂ ਤੋਂ ਬਿਨਾ ਬੰਦਿਆ ਇਸ ਧਰਤੀ ਤੇ ਤੇਰਾ ਜੀਵਨ ਨਹੀਂ ਹੈ। ਅਸਮਾਨ ਹੈ ਤੇ ਵਾਤਾਵਰਣ ਹੈ ਤਾਂ ਤੂੰ ਜੀ ਸਕਦਾ ਹੈ, ਸਪੇਸ ਜਿਹਨੂੰ ਕਿਹਾ। ਜ਼ਮੀਨ, ਧਰਤੀ ਦੇ ਉੱਤੇ ਜਿੱਥੋਂ ਰਹਿਣਾ, ਭੋਜਨ ਤੈਨੂੰ ਇੱਥੋਂ ਮਿਲਦਾ ਹੈ, ਸਾਰੇ ਪਦਾਰਥ ਤੈਨੂੰ ਖਣਿਜ ਸਭ ਇੱਥੋਂ ਮਿਲਦੇ ਨੇ। ਅਸਮਾਨ, ਜ਼ਮੀਨ, ਦਰਖਤ, ਜਿੱਥੋਂ ਤੂੰ ਆਕਸੀਜਨ ਲੈਣਾ ਹੈ। ਕਮਾਲ ਦੀ ਗੱਲ ਹੈ। ਧਰਤੀ ਐਸੀ ਬਖਸ਼ਿਸ਼ ਹੈ, ਕੁਦਰਤ ਐਸੀ ਬਰਕਤ ਹੈ, ਸਾਰਾ ਗੰਧ ਆਪਣੇ ਵਿੱਚ ਸਮੋ ਲੈਂਦੀ ਹੈ ਤੇ ਸਾਰੀ ਪਵਿੱਤਰਤਾ ਸਾਨੂੰ ਦਿੰਦੀ ਹੈ। ਕਾਰਬਨ ਡਾਈਆਕਸਾਈਡ ਅਸੀਂ ਛੱਡੀ ਜਾ ਰਹੇ ਹਾਂ ਪਰ ਫਿਰ ਸਾਨੂੰ ਬਦਲੇ 'ਚ ਆਕਸੀਜਨ ਦੇ ਰਹੀ ਹੈ। ਕਿੰਨੀ ਕਮਾਲ ਦੀ ਬਰਕਤ ਹੈ। ਸਾਰਾ ਪਾਣੀ ਮਲੀਨ ਕਰ ਰਹੇ ਹਾਂ। ਵਾਹ ਸੱਚੇ ਪਾਤਸ਼ਾਹ, ਬਲਹਾਰ ਜਾਈਏ। ਅਸਮਾਨ, ਜ਼ਮੀਨ, ਦਰਖਤ, ਆਪ, ਪੈਦਾਇਸ਼ ਖੁਦਾਏ, ਬੰਦੇ ਚਸ਼ਮ ਦੀਦੰਗ ਫਨਾਏ, ਜੋ ਦੇਖ ਰਹੇ ਹਾਂ ਸਭ ਫਨਾ ਹੋਏਗਾ। ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ, ਸ਼ਰਮ ਕਰ ਬੰਦਿਆ, ਸਾਰੀ ਉਮਰ ਹਵਸ ਦੇ ਵਿੱਚ ਹੀ ਬਤੀਤ ਕੀਤੀ ਹੈ, ਕਦੀ ਰੱਬ ਦੀ ਬੰਦਗੀ ਤੇ ਸ਼ੁਕਰ ਨਹੀਂ ਕੀਤਾ। ਇਹਨੂੰ ਹੀ ਬਾਬਾ ਸ਼ੇਖ ਫਰੀਦ ਜੀ ਨੇ ਕਿਹਾ, ਅੱਜ ਦਾ ਸ਼ਬਦ ਜਿਹੜਾ ਸਰਵਣ ਕੀਤਾ, ਜੇ ਰੱਬ ਦੀ ਬੰਦਗੀ ਨਹੀਂ ਕੀਤੀ, ਤਪ ਤਪ ਲੋਏ ਲੋਏ हाथ मरोरूं बावल हुई सो शह लोरूं तै शह मन में किया रोस मुझ अवगण शह नाई दोष। ਹੁਣ ਅਸੀਂ ਅੱਜ ਵੀ ਪੜ ਕੇ ਆ ਰਹੇ ਹਾਂ ਕੱਤਕ ਦਾ ਹੁਕਮਨਾਮਾ, ਕੱਲ ਕੱਤਕ ਚੜਿਆ। ਮਹਾਰਾਜ ਕਹਿੰਦੇ ਰੱਬ ਦੇ ਦੋਸ਼ ਨਹੀਂ, ਦੋਸ਼ ਬੰਦਿਆ ਤੇਰੇ ਕਰਮਾਂ ਦਾ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਵਿਛੜਿਆ ਵਿਆਪਨ
ਸਭੇ ਰੋਗ। ਮਹਾਰਾਜ ਕਹਿੰਦੇ ਪ੍ਰਭੂ ਤੋਂ ਬੇਮੁਖ ਹੋਣਾ, ਕਹਿੰਦੇ ਸਾਰੇ ਦੁੱਖਾਂ ਰੋਗਾਂ ਦਾ ਕਾਰਨ ਹੀ ਇਹ ਹੈ। ਜੇ ਵਾਹਿਗੁਰੂ ਵਿਸਰ ਜਾਏ ਤੇ ਦੁੱਖ ਨੇ, ਜੇ ਪ੍ਰਭੂ ਚੇਤਾ ਆ ਜਾਏ ਫਿਰ ਦੁੱਖ ਦੇ ਵਿੱਚ ਵੀ ਸੁੱਖ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰੀਏ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਇਹ ਹੈ ਅਸਲ ਇਸ਼ਕ ਪਾਰਬ੍ਰਹਮ ਪਰਮੇਸ਼ਵਰ ਦਾ। ਬਾਬਾ ਸ਼ੇਖ ਫਰੀਦ ਜੀ ਦਾ ਇਤਿਹਾਸ ਜਿਹੜਾ ਉਹ ਕੱਲ ਆਪ ਸੰਗਤਾਂ ਨਾਲ ਸਾਂਝਾ ਕਰਾਂਗੇ। ਇੱਕ ਕਿਤਾਬ ਹੈ, ਇੱਕ ਗ੍ਰੰਥ ਹੈ ਬਾਬਾ ਸ਼ੇਖ ਫਰੀਦ ਜੀ ਦੇ ਜੀਵਨ ਦੀ, ਜਿਹੜਾ 1300 ਈਸਵੀ ਦਾ ਲਿਖਿਆ ਹੋਇਆ ਗ੍ਰੰਥ ਹੈ। ਉਸ ਗ੍ਰੰਥ ਦਾ ਟਾਈਟਲ ਹੈ ਫਵਾਇਦੁਲ ਫਵਾਦ, that has been written by ਹਜ਼ਰਤ ਨਿਜ਼ਾਮੁਦੀਨ ਔਲੀਆ। ਬਾਬਾ ਸ਼ੇਖ ਫਰੀਦ ਦਾ ਸ਼ਾਗਿਰਦ ਹੈ। ਬਾਬਾ ਸ਼ੇਖ ਫਰੀਦ ਜਿਹੜੇ ਸ਼ਾਗਿਰਦ ਨੇ ਉਹ ਕੁਤਬਦੀਨ ਬਖਤਿਆਰ ਕਾਕੀ ਦੇ ਨੇ। ਸੋ ਕੁਤਬਦੀਨ ਬਖਤਿਆਰ ਕਾਕੀ ਤੋਂ ਬਾਅਦ ਸ਼ੇਖ ਫਰੀਦ ਗੱਦੀ ਨਸ਼ੀਨ ਹੋਏ। ਸ਼ੇਖ ਫਰੀਦ ਤੋਂ ਬਾਅਦ ਹਜ਼ਰਤ ਨਿਜ਼ਾਮੁਦੀਨ ਉਸ ਗੱਦੀ ਦਾ ਨਸ਼ੀਨ ਹੋਇਆ, ਜਿਹੜੀ ਉਹਨਾਂ ਦੀ ਸੂਫੀ ਚਿਸ਼ਤੀ ਪਰੰਪਰਾ ਚੱਲ ਰਹੀ ਹੈ। ਤੇ ਕੁਤਬਦੀਨ ਤੋਂ ਬਾਅਦ ਸ਼ੇਖ ਫਰੀਦ ਤੋਂ ਬਾਅਦ ਨਿਜ਼ਾਮੁਦੀਨ ਤੋਂ ਬਾਅਦ ਸ਼ੇਖ ਦਹਿਲਵੀ ਹੋਇਆ। ਜਦ ਹਜ਼ਰਤ ਨਿਜ਼ਾਮੁਦੀਨ ਬਾਬਾ ਸ਼ੇਖ ਫਰੀਦ ਸ਼ੱਕਰਗੰਜ ਦੀ ਸ਼ਰਨ ਵਿੱਚ ਆਏ ਨੇ ਨਾ, ਜੋ ਖੁਦਾ ਦਾ ਪ੍ਰੇਮ, ਜੋ ਪ੍ਰਭੂ ਦੀ ਬੰਦਗੀ ਉਹਨਾਂ ਨੇ ਸਿੱਖੀ ਹੈ, ਉਹ ਸਾਰਾ ਕੁਝ ਹਜ਼ਰਤ ਨਿਜ਼ਾਮੁਦੀਨ ਨੇ ਬਾਬਾ ਸ਼ੇਖ ਫਰੀਦ ਦਾ ਇਤਿਹਾਸ ਤੇ ਜੀਵਨ ਲਿਖਵਾਇਆ ਆਪ ਬੋਲ ਕੇ ਹੈ ਤੇ ਲਿਖਿਆ ਸ਼ੇਖ ਦਹਿਲਵੀ ਨੇ। So that is one of the only authentic source of Baba Sheikh Farid ji that has been written in Arabic language. In Persian language, the title of the granth is Fawaidul Fawad. ਉਹ ਗ੍ਰੰਥ ਪ੍ਰੋਫੈਸਰ ਪ੍ਰੀਤਮ ਸਿੰਘ ਨੇ, ਜਿਹੜੇ ਜਿਸ ਯੂਨੀਵਰਸਿਟੀ 'ਚ ਦਾਸ ਨੇ PhD ਕੀਤੀ ਹੈ ਤੇ ਜਿਸ ਯੂਨੀਵਰਸਿਟੀ 'ਚ ਦਾਸ ਪੜ੍ਹਾਉਂਦਾ ਰਿਹਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਉੱਥੇ ਮੈਂ ਬਤੌਰ ਲੈਕਚਰਰ ਤੇ ਅਸਿਸਟੈਂਟ ਪ੍ਰੋਫੈਸਰ ਦੀ ਸੇਵਾ ਨਿਭਾਈ ਹੈ। 2 ਯੂਨੀਵਰਸਿਟੀਆਂ 'ਚ ਨਿਭਾਈ ਹੈ। ਇੱਕ ਯੂਨੀਵਰਸਿਟੀ ਸੈਂਟਰ ਯੂਨੀਵਰਸਿਟੀ ਆਫ ਕਸ਼ਮੀਰ, 2015 'ਚ ਦਾਸ ਉੱਥੇ ਅਸਿਸਟੈਂਟ ਪ੍ਰੋਫੈਸਰ ਰਿਹਾ। ਜਦ ਪ੍ਰੋਫੈਸਰ ਪ੍ਰੀਤਮ ਸਿੰਘ ਬਾਰੇ ਪਤਾ ਲੱਗਿਆ, ਇਹ ਗੁਰੂ ਨਾਨਕ ਸਟੱਡੀਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਹੈਡ ਹੋਏ ਨੇ। ਇਹਨਾਂ ਨੇ ਇਸ ਫਵਾਇਦੁਲ ਫਵਾਦ ਗ੍ਰੰਥ ਨੂੰ ਖੋਜਿਆ ਤੇ ਬਾਬਾ ਸ਼ੇਖ ਫਰੀਦ ਜੀ ਦਾ ਸਾਰਾ ਜਿਹੜਾ ਇਤਿਹਾਸ ਸੀ ਨਾ ਸ਼ੱਕਰਗੰਜ ਦਾ, ਉਹਨੂੰ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਇਹਨਾਂ ਨੇ ਲਿਖਿਆ। ਤੇ ਉਸ ਕਿਤਾਬ ਦਾ ਨਾਮ ਉਸੇ ਟਾਈਟਲ ਤੇ ਲਿਖਿਆ, ਫਵਾਇਦੁਲ ਫਵਾਦ ਦਾ ਮਤਲਬ ਹੈ ਦਿਲਾਂ ਲਈ ਰਾਹਤ। ਕਿ ਬਾਬਾ ਫਰੀਦ ਨੂੰ ਪੜ੍ਹਦਿਆਂ, ਬਾਬਾ ਫਰੀਦ ਨੂੰ ਬੋਲਦਿਆਂ ਤੁਹਾਡੇ ਦਿਲ ਨੂੰ ਰਾਹਤ ਮਿਲੇਗੀ। ਜਿੰਨਾ ਮਰਜ਼ੀ ਤੁਹਾਡੇ ਦਿਲ ਤੇ ਭਾਰੇ ਤੋਂ ਭਾਰਾ ਬੋਝ ਪਿਆ ਹੋਏ ਪਾਪਾਂ ਦਾ, ਬਾਬਾ ਫਰੀਦ ਪੜ੍ਹੋ, ਤੁਹਾਡੇ ਦਿਲ ਨੂੰ ਰਾਹਤ ਮਿਲੇਗੀ, ਆਰਾਮ ਮਿਲੇਗਾ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਉਹ ਕਿਤਾਬ ਲਿਖੀ ਹੈ। ਉਸ ਕਿਤਾਬ ਦਾ ਟਾਈਟਲ ਹੈ ਦਿਲਾਂ ਲਈ ਰਾਹਤ। ਕਿਉਂਕਿ ਸਿਰਫ 4 ਸ਼ਬਦ ਨੇ ਬਾਬਾ ਸ਼ੇਖ ਫਰੀਦ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਇੱਕ ਸ਼ਬਦ ਤੁਸੀਂ ਹੁਣੇ ਸਰਵਣ ਕੀਤਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣਾ ਪ੍ਰੀਤਮ ਕੇ ਹਾਂ ਬਿਰਹੋਂ ਜਾਲੀ। ਦੂਸਰਾ ਸ਼ਬਦ ਬਾਬਾ ਸ਼ੇਖ ਫਰੀਦ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਬਾਬਾ ਫਰੀਦ ਨੂੰ ਪੁੱਛਿਆ, ਬਾਬਾ ਫਰੀਦ ਤੁਹਾਡਾ ਟਿਕਾਣਾ ਕਿੱਥੇ ਹੈ? ਤੇ ਬਾਬਾ ਫਰੀਦ ਕਹਿੰਦੇ ਉਹ ਦੂਰ ਬਾਹਰ, ਸ਼ਹਿਰ ਦੇ ਬਾਹਰ ਮੇਰਾ ਟਿਕਾਣਾ ਹੈ। ਤੇ ਬੰਦੇ ਕਹਿੰਦੇ ਬਾਬਾ ਕਿਉਂ ਮਖੌਲ ਕਰਦੇ ਹੋ, ਤੇ ਕਬਰਸਤਾਨ ਹੈ। ਸ਼ਹਿਰ ਤੇ ਇਸ ਪਾਸੇ ਵਸਦਾ ਜਿੱਥੇ ਤੁਹਾਡੀ ਕੰਧ ਹੈ, ਪਿੱਛੇ ਲੋਕਾਂ ਦੀ ਵਸੋਂ ਇੱਥੇ ਹੈ ਤੇ ਉਜਾੜਾ ਉੱਥੇ ਹੈ, ਤੁਸੀਂ ਕਹਿੰਦੇ ਹੋ ਉਧਰ ਤੁਹਾਡੀ ਵਸੋਂ। ਕਹਿੰਦੇ ਨਹੀਂ, ਸੱਚ ਇਹ ਹੈ ਕਿ ਇਹ ਸ਼ਹਿਰ ਸਾਰੇ ਉਜੜ ਜਾਣਗੇ, ਅੰਤ ਦੇ ਵਿੱਚ ਸਾਰਿਆਂ ਦਾ ਟਿਕਾਣਾ ਕਬਰਸਤਾਨ ਹੈ, ਸਾਰੇ ਉੱਥੇ ਜਾਣਗੇ। ਇਹ ਉਜਾੜ ਹੈ ਤੇ ਉਹ ਵਸੋਂ ਹੈ। ਸੱਚ ਇਹ ਹੈ, ਬਾਬਾ ਸ਼ੇਖ ਫਰੀਦ ਨੇ ਕਿਹਾ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ। ਗੌਰ ਕਹਿੰਦੇ ਕਬਰ ਨੂੰ, ਗੌਰ ਘਰੇ। ਸਾਡਾ ਅਸਲ ਸੱਚ ਹੀ ਹੈ ਕਿ ਅਸੀਂ ਮਰਨਾ ਹੈ। ਦੇਖੋ ਇਹ ਗੱਲਾਂ ਸੁਣਨੀਆਂ ਔਖੀਆਂ ਨੇ, ਪਰ ਇਸ ਸਿਧਾਂਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ। ਇੱਥੇ ਕੋਈ ਆਰਟ ਆਫ ਲਿਵਿੰਗ ਨਹੀਂ ਸਿਖਾਈ ਜਾਂਦੀ। ਗੁਰਮਤ ਦੇ ਵਿੱਚ ਆਰਟ ਆਫ ਡਾਈਂਗ ਹੈ ਕਿ ਪਹਿਲਾਂ ਆਪਣੇ ਮਨ ਨੂੰ ਮਾਰਨਾ ਸਿੱਖੀਏ, ਪਹਿਲਾਂ ਆਪਣੀ ਅਹੰਗ ਹਉਮੈ ਨੂੰ ਮਾਰਨਾ ਸਿੱਖੀਏ, ਫਿਰ ਇਸ ਮਾਰਗ ਤੇ ਤੁਰਾਂਗੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ।
इत्थे जिहड़ा सिद्धांत है, मरता मरता जग मुआ, मर भेना जाना कोई, ऐसी मरनी जो मरै, बहुर ना मरना होए ऐसी कैसी। गुरु अमरदास जी ने अगला श्लोक उचार के स्पष्ट करता, किथे भुलेखा ना पए। कबीर साहब ने कहा ना ऐसी मरनी, पर यह नहीं दसिया ऐसी कैसी। ते गुरु अमरदास जी ने रहमत की ते अगे दसता, महला तीजा, क्या जाना कि मरेंगे कैसा मरना होए। इस श्लोक दे नाल ही श्लोक है, जेकर साहिब मनो ना विसरै तां सहला मरना होए। ये वाला मरना है, जेकर साहिब मनो ना विसरै। स्पष्ट करता, जे खुदा वाहिगुरु चेते है फिर ऐसी मरनी जो मरा बौर ना मरना होए। मन मर गया, मरना ते जगत डरै, मरना ते छड्डो, मरण की गल नहीं कोई सुनना चाहता। जे मुसलमान नूं कहो मरना, वो कहता लाहौल विला कोलो बल्ले, कोई होर गल कर। जे सिख नूं कहे कहता चंगा बोल है भरावा, मरण की गल क्यों करदा है। पर गुरु नानक साहब ने तो पहला मरण की गल की है, वो सुन के राजी नहीं। खाना पीना हसना सोना विसर गया है मरना, क्यों खसम विसार खुआरी कीनी, तक तक कर्म कमावने दोष ना काहू जोग, परमेश्वर ते भुलिया व्यापन सबे रोग, बेमुख होए राम ते लगन जन्म विजोग। जन्मां तो विछड़े होया वाहिगुरु किरपा करो। दूजा शब्द बोला शेख फरीद प्यारे, अल्लाह लगे। जतन मैं कर रहा क्योंकि लाइट नहीं है, पिछे तक आवाज पहुंच जाए। ए तन होसी खाक निमाणी गोर घरे। अगे जिक्र किया, जे जाना मर जाइए घूमना आई है, झूठी दुनिया लग ना आप वंझाई है। वो सिख है जिन्हों ये पता लग गया कल नूं रब नूं लेखा देना, कल नूं मरना है। जिन्हों ये पता लग गया कल नूं मरना है, उन्हें अपना मन साध लेना, उन्हें गफलत वाली जीवन जिंदगी तो तौबा करना, उन्हें बैर विरोध काम क्रोध मोह झूठ विकार महा लोभ ध्रोह, याहू जुगत बयाने कई जन्म, इथों बच जाएगा। जे जाना मर जाइए घूमना आई है, झूठी दुनिया लग ना आप वंझाई है। आज मिलावा शेख फरीद टाकिम कुंजड़ियां मनो मचंदड़ियां। बाबा फरीद कहते आ तेनू अज खुदा दे दीदार कराइए। गुरु नानक साहब नूं यही 3 सवाल होए सी ना मक्के दी धरती ते। रुकनदीन मिलिया सी जब मैं यूनीवर्सिटी पढ़ाउण गया ना, गुरु नानक अपना सेंट यूनीवर्सिटी कश्मीर, सारे उत्थे मुसलमान बच्चे सी। MA फर्स्ट ईयर कंपैरेटिव स्टडीज़ ऑफ रिलीजन, मैं वर्ड रिलीजन पढ़ाउंदा रहा, जिहदे विच इस्लाम बुद्धिज़म क्रिश्चियनिटी तोराहा जिन्हों ज़ोरैस्ट्रिज़म कहने असी, यहूदी धर्म, ये सारे धर्मां की विद्या दास ने पढ़ी तो पढ़ाउंदा रहा दास। उत्थे बच्चियां ने इक्को ही सवाल पूछा कि गुरु नानक साहब मक्के नहीं गए। उन्हें मैनू अंग्रेजी च पूछा, गुरु नानक साहब हैज़ नैवर वेंट टू मक्का, ते तुसी क्यों झूठ बोलते हो रोला पाउंदे हो। मैं क्या तेरा नाम की है, कहंदी मेरा नाम आफरीन है। मैं क्या वी विल डिस्कस व्हेन वी स्टार्ट द जर्नीज ऑफ गुरु नानक, द ऑडेसिस ऑफ गुरु नानक, ट्रेवल्स ऑफ गुरु नानक। नाउ वी हैव टू इंट्रोड्यूस माई सेल्फ एंड योर सेल्फ ऑल्सो। This we just begin, it's our initial stage, let us introduce ourselves। मैं उन्होंने क्या कहते ना, साड़ी शर्त यह असी तां पढ़ांगे सिख धर्म जे पहला तुसी ये गल स्पष्ट करोगे। मैं क्या ठीक है। फिर मैं उन्होंने बाबा गुरु नानक साहब महाराज जी के जीवन की सारी गाथा शुरू की थी। एक साढ़े सिखां दे होए ने ਪ੍ਰਿਥੀਪਾਲ, ये पहला मुसलमान सन, ये अपने दादा दे नाल मक्के गए सन। ये कश्मीर दे ने, सैयद मुसलमान सी। ये जद हज करन गए सन ते मदीने दे विच मदरसे दी लाइब्रेरी दे विच इन्हां नूं पढ़ने पढ़ा पाता इन्हां दे दादा जी ने। उस मदरसे दी लाइब्रेरी दे विचों उन्हां नूं एक ट्रैक्ट मिलिया, किताब मिली, जिस किताब दा टाइटल अरबी दे उत्ते लिखिया होया सी सियातुल बाबा नानक। ये गुरु नानक साहब महाराज जी की किताब उन्हां नूं मिली, जिहदे विच गुरु नानक साहब जी की मक्का फेरी का लिखा होया सी उस किताब से। ये मदीने दे विच लिखिया सी लाइब्रेरी दे। उन्होंने वो पढ़िया, उन्होंने दिल बड़ा प्रभावित होया, वो वापस आए तो वो सिख बने। उन्होंने नाम है सैयद ਪ੍ਰਿਥੀਪਾਲ सिंह। हुण वो चलाना कर गए ने दुनिया तो, पर उन्होंने ये सारा गुरु नानक साहब की मक्का फेरी का जिक्र किया। भाई गुरदास जी साढ़े कोल ऑथेंटिक सोर्स ने। भाई गुरदास जी के रिकॉर्ड्स ते मक्के के रिकॉर्ड्स के नाल मिला के देख लो। जीवन ते रुकनदीन, दो ऑथेंटिक परसनैलिटीज़ का जिक्र कर रहे भाई गुरदास।
ਰੁਕਨਦੀਨ ਕਾਜ਼ੀ ਹੈ, ਜੀਵਨ ਮੁੱਲਾ ਹੈ। ਕਾਜ਼ੀ ਤੇ ਮੁੱਲੇ ਵਿੱਚ ਫਰਕ ਹੈ। ਮੁੱਲਾ ਜਿਹੜੀ ਅਜ਼ਾਨ ਪੜਦਾ, ਬਾਂਗ ਦਿੰਦਾ, ਕਾਜ਼ੀ ਜਿਹੜਾ ਫੈਸਲੇ ਕਰਦਾ ਇਸਲਾਮ ਦੇ, ਕੁਰਾਨ ਪਾਕ ਪੜ੍ਹ ਕੇ। ਗੁਰੂ ਨਾਨਕ ਸਾਹਿਬ ਮੱਕੇ ਗਏ ਨੇ ਤੇ ਰੁਕਨਦੀਨ ਕਾਜ਼ੀ ਨੇ 3 ਸਵਾਲ ਪੁੱਛੇ ਨੇ। ਉਹ ਆਪਣੇ ਤਖਤ ਤੇ ਬੈਠਾ, ਗੁਰੂ ਨਾਨਕ ਸਾਹਿਬ ਸਾਹਮਣੇ ਖੜੇ ਨੇ ਥੱਲੇ। ਉਹਨੇ ਕਿਹਾ, ਜੇ ਤੁਸੀਂ ਸੱਚੀ ਮੁੱਚੀ ਖੁਦਾਈ ਪ੍ਰਸਤੀ ਰੱਖਦੇ ਹੋ, ਤੁਹਾਡੇ ਚਿਹਰੇ ਤੋਂ ਦੱਸਦਾ ਕਿ ਤੁਹਾਡੇ ਅੰਦਰ ਕੋਈ ਰਹਿਮਤ ਹੈ ਜਿਹੜਾ ਤੁਸੀਂ ਇੱਥੇ ਆਏ ਹੋ। ਕਿਉਂਕਿ ਜੀਵਨ ਕਾਜ਼ੀ ਨੇ ਲੱਤ ਮਾਰੀ ਸੀ। ਮਹਾਰਾਜ ਕਹਿੰਦੇ, ਦੱਸ ਕਿੱਥੇ ਖੁਦਾ ਨਹੀਂ ਹੈ, ਕਿੱਥੇ ਤੇਰਾ ਕਾਬਾ ਨਹੀਂ ਹੈ। कबीर हज काबे हो जाए था, आगे मिलया खुदाए, साई मुझस्यों लर परिया तुझ किन फरमाई गाए। यही गल कही ना कि पश्चिम देश हरि का वासा, पूरब देश हरि का वासा, पश्चिम अल्लाह मुकामा। जे कला पूरब वाले जिदों असीं जगन्नाथपुरी कहने हाँ, जे उत्थे ही हरि वसदा है, जे पश्चिम वाले खुदा वसदा काबा है, तो बाकी फिर देश किहदा है? बाकी कौन सांभ रहा? यही क्या ना सतगुरु जी की बाणी कि जे उस पासे वो है, उस पासे वो है, फिर किथे है रब? बाकी इलाकों च कौन है? नहीं, वो सब दे विच है। सबै घट राम बोलिया, वो तो सब दे विच है। यही भगत नामदेव जी ने हल्ले यारां, हल्ले यारां खुशखबरी यही आख्या। द्वारका नगरी रास बुगोए, एक एवें आख्या ना वो द्वारका नगरी है ते ना वो उस पासे है, वो सारी थां ते है। गुरु नानक साहब को पहला सवाल पूछा गया, ये सारा संसार, ये सारी कायनात किन्ने बनाई है? महाराज कहते वाहिगुरु ने बनाई है, उस प्रभु ने बनाई है। कहते वो किथे है? महाराज कहते वो तुहाडे अंदर भी है, वो मेरे अंदर भी है। पहला सवाल सी, जो उन्हें बनाई है किथे है? फिर किथे तो मुकाम होएगा ना, ये मक्के ते उहदा मुकाम है। महाराज कहते कला ये थां नहीं है। सब मह जोत, पढ़ो सारे, सब मह जोत, जोत है सोए, पढ़ो तिसदा चानण, सब मह चानण होए। महाराज कहते सब विच है। जदों एक ओंकार आख्या, उन्होंने नमस्कार कीती, आदेश तिसै आदेश, ते किथे किथे है? आद अनील अनाद अनाहत, पढ़ो आद अनील अनाद अनाहत, जुग जुग एक होवे। सब दे विच इक्को रूप दे विच वरत रहा, कोई घट वध नहीं वरत रहा कि मेरे विच कोई घट है, तुहाडे विच वध ना, सब च बराबर है। पर यह है कि उहदे पछाणन दी जुगत वखरी वखरी है। महाराज कहंदे तेरे विच भी है ते मेरे विच भी है। कहंदे दोनों विच है। पहला सवाल, महाराज कहंदे हाँ। कहंदे फिर दर्शन कराओ उहदे। सीधी गल रुकनदीन ने कीती गुरु नानक साहब नूं, फिर उहदे दर्शन कराओ, उहदे दीदार कराओ। महाराज कहते दीदार? रुकनदीन तू सियाणा है, तू जानदा है उहदे दीदार? कहते ना, तुसी आए उहदे दीदार कराओ। गुरु नानक साहब कहते दीदार करा दांगे, एक शर्त ते। कहते सारी शर्त कबूल होणगियां उस खुदा दे दीदार लई। दसो? महाराज कहते एक दुध दा बाटा चाहिदा, दुध लिया के दिओ, दुध दा बाटा लिया के दिओ। गुरु नानक साहब जी दे सन्मुख दुध दा बाटा आया। महाराज नूं रुकनदीन कहंदा लो जी, तुहाडे मन की इच्छा सी दुध, छको दुध ते जवाब दिओ। महाराज कहंदे छकण लई नहीं मंगवाया, ये तैनूं उत्तर देण लई मंगवाया। रुकनदीन कहंदा दसो फिर कि खुदा किथे है? महाराज कहंदे मैं तां दसांगा कि खुदा किथे, किवें दीदार होणगे। तू कहंदा ना खुदाई दीदार कराओ, खुदा दे दीदार मैं करा दांगा, तू इहदे विच मैनूं मक्खण दे दीदार करा दे। हुणे आ दुध दा बाटा है, मैनूं इहदे विचों मक्खण दिखा दे। रुकनदीन कहंदा महाराज तुसी भी सियाणे हो, एवें मैं मक्खण किवें दिखा दा? फिर महाराज कहंदे इहदा मतलब इहदे विच मक्खण नहीं है, कह दे तू। कहंदे नहीं, मैं किवें कहदा मक्खण नहीं है, दुध विच मक्खण है। महाराज कहंदे फिर दिखा दे। महाराज कहंदे मैं हुणे किवें दिखा दा? इस मक्खण नूं, इस दुध नूं जाग लानी पेगी, जाग ला के इहनूं रखना पेगा। फिर फिर प्रोसैस, फिर इहनूं कोई सुवाणी रिड़केगी, रिड़क के सलीके दे नाल फिर इहदे विचों पानी वखरा करके ते इहदे विचों मक्खण कड्डेगी। जिहनूं बाणी कहंदी सगल बनस्पत मैं बैसंतर, सगल दूध मैं घिया, ऊच नीच मैं जोत समाणी, घट घट माधो जिया। सब दे विच है। मार कहंदे जे इहदे विचों मक्खण दिखा देगा मैं तैनूं खुदा दिखा दांगा। कहंदा सच्चे पातशाह समा चाहीदा इहदे विचों मक्खण कड्ढण लई।
ਗੁਰੂ ਨਾਨਕ ਸਾਹਿਬ ਕਹਿੰਦੇ ਇਸੇ ਤਰ੍ਹਾਂ ਉਸ ਅੰਦਰ ਖੁਦਾਈ ਦੇ ਦੀਦਾਰ ਕਰਨ ਲਈ ਸਮਾਂ ਤੇ ਜੁਗਤ ਦੋਨੋਂ ਚੀਜ਼ਾਂ ਚਾਹੀਦੀਆਂ। ਤੂੰ ਕਹੇ ਜੀ ਐਵੇਂ ਦਿਖਾਓ ਰੱਬ ਕਿੱਥੇ ਹੈ? ਜੇ ਦੁੱਧ ਵਿੱਚੋਂ ਮੱਖਣ ਪ੍ਰਗਟ ਕਰਨ ਲਈ ਸਮਾਂ ਚਾਹੀਦਾ, ਕੋਈ ਸੁਆਣੀ ਹੈ ਉਹਨੂੰ ਜਾਗ ਲਾਏਗੀ। ਫਿਰ ਜੇ ਸੁਆਣੀ ਕਹੇ ਜੀ ਮੈਂ ਦੁੱਧ ਨੂੰ ਜਾਗ ਲਾਇਆ, ਕਦੀ ਪਤੀਲਾ ਭਾਂਡੇ ਨੂੰ ਉਹ ਉੱਤੇ ਰੱਖ ਦੇ ਸ਼ੈਲਫ ਦੇ, ਕਦੀ ਕਹੇ ਨਹੀਂ ਜੀ ਮੈਂ ਫ੍ਰਿਜ 'ਚ ਰੱਖਦਾ, ਕਦੀ ਕਹੇ ਨਹੀਂ ਜੀ ਮੈਂ ਥੱਲੇ ਰੱਖਦਾ, ਕਦੀ ਕਹੇ ਨਹੀਂ ਜੀ ਮੈਂ ਆਲਣੇ 'ਚ ਰੱਖਦਾ। 4-6 ਘੰਟੇ ਭਾਂਡਾ ਟਿਕਣਾ ਚਾਹੀਦਾ ਦਹੀਂ ਜੰਮਣ ਲਈ। ਤੇ ਮਨ ਕਿੰਨੇ ਚਿਰ ਦਾ ਭਟਕਦਾ ਫਿਰਦਾ। ਕਈ ਜਨਮ ਭਈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਭਾਈ ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਇਸ ਕਰਕੇ ਜੇ ਦਹੀਂ ਵੀ ਜੰਮਣਾ ਹੋਏ ਤੇ ਭਾਂਡਾ ਟਿਕੇਗਾ ਤੇ ਜੰਮੇਗਾ ਦਹੀਂ। ਭਾਂਡਾ ਹਿਲਾਉਂਦੇ ਰਹੋ ਤੇ ਨਹੀਂ। ਇਸ ਭਾਂਡੇ ਦੇ ਅੰਦਰ ਗੁਰੂ ਦਾ ਨਾਮ ਜੇ ਟਿਕਾਉਣਾ ਹੋਏ, ਪ੍ਰਭੂ ਦੀ ਰਹਿਮਤ ਟਿਕਾਣੀ ਹੋਏ, ਫਿਰ ਕਿੰਨਾ ਟਿਕਾ ਚਾਹੀਦਾ ਇਸ ਭਾਂਡੇ ਨੂੰ। ਫਿਰ ਕੋਈ ਇਸ ਭਾਂਡੇ ਵਿੱਚ ਟਿਕਾ ਤੋਂ ਬਾਅਦ ਆਪਣੀ ਜ਼ੁਬਾਨ ਨੂੰ ਮਧਾਣੀ ਬਣਾ ਕੇ ਇਹਦੇ ਅੰਦਰ ਰਿੜਕੇ, ਫਿਰ ਜਿਹਨੂੰ ਮਹਾਰਾਜ ਕਹਿੰਦੇ ਜੇ ਸੁਆਣੀ ਭਾਂਡੇ 'ਚ ਦੁੱਧ ਪਾਉਣ ਲੱਗੇ ਨਾ ਤੇ ਭਾਂਡੇ ਨੂੰ ਉਂਗਲ ਮਾਰ ਕੇ ਵੇਖਦੇ ਚਕਨਾਟ ਤੇ ਨਹੀਂ, ਫਿਰ ਸੁੰਘਿਆ ਜਾਂਦਾ ਕਿ ਕਿਤੇ ਸਾਬੁਣ ਦੀ ਵੀ ਮੁਸ਼ਕ ਤੇ ਨਹੀਂ ਆ ਰਹੀ। ਕਿਉਂਕਿ ਪਤਾ ਹੈ ਜੇ ਸਾਬੁਣ ਦੀ ਵੀ ਮੁਸ਼ਕ ਆਏਗੀ ਤੇ ਦੁੱਧ ਫਟ ਜਾਣਾ। ਬਈ ਦੁੱਧ ਪਾਉਣ ਲਈ ਜਿਸ ਭਾਂਡੇ ਨੂੰ ਤੁਸੀਂ ਵਰਤ ਰਹੇ ਹੋ ਉਹ ਸਾਫ਼ ਹੋਣਾ ਚਾਹੀਦਾ। ਤੇ ਜਿਸ ਭਾਂਡੇ 'ਚ ਖੁਦਾਈ ਨਾਮ ਪਾਉਣਾ ਉਹ ਕਿੰਨਾ ਮੈਲਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਧੇ ਕੋ ਜਾਵੋ। ਪਹਿਲਾਂ ਧੂਪ ਵੀ ਦਿੱਤੀ ਜਾਂਦੀ ਸੀ ਤਾਂ ਕਿ ਜਰਾਸਮ ਮਰ ਜਾਣ ਭਾਂਡੇ ਦੇ। ਤੇ ਰੱਬ ਦਾ ਨਾਂ ਅੰਦਰ ਪਾਉਣਾ ਤੇ ਕਿੰਨੇ ਵੀ ਤੂੰ ਵਿਕਾਰਾਂ ਵਿੱਚ ਲਈ ਫਿਰਦੇ, ਤੂੰ ਕਹਿੰਦਾ ਮੈਨੂੰ ਰੱਬ ਦੇ ਦੀਦਾਰ ਕਰ। ਬਈ ਇਹ ਸਿਆਣਪ ਨਹੀਂ ਹੈ। ਦੁੱਧ ਪਾਉਣ ਲਈ ਭਾਂਡਾ ਸਾਫ਼ ਹੁੰਦਾ, ਤੂੰ ਕਿੰਨੀ ਕੁ ਮਸ਼ੱਕਤ ਨਾਲ ਸਾਫ਼ ਕੀਤਾ ਇਹਨੂੰ। ਮਾਲ ਕਹਿੰਦੇ ਸੱਜਣ ਉਜਲ ਕਹਿਆ ਚਿਲਕਣਾ, ਕੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ, ਜੇ ਧੋ 100 ਧੋਵਾਂ ਤਿਸ। ਇਹ ਭਾਂਡਾ ਤੇਰੀ ਹੁਜਤ ਨਾਲ ਨਹੀਂ ਸਾਫ਼ ਹੋਣਾ, ਇਹ ਗੁਰੂ ਦੀ ਕਿਰਪਾ ਨਾਲ ਸਾਫ਼ ਹੋਣਾ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਧੇ ਕੋ ਜਾਵੋ, दूध करम पुन सुरत समायन होए निराश जमावो, जपो होता एको नामा। पढ़ो जी, जपो होता अवर निराफल कामा। जिन्ना कुछ करांगे सब फना होएगा, पर एक नाम सदा ही रहेगा। जिन्ना जप लिया उन्ना नाल है, भावें बिंद जप लिया वो भी नाल है, ते भावें बहुता जप लिया वो भी नाल है। ये घटेगा वधेगा, कोई कहे ना घट जाए, घटेगा नहीं वध जाएगा। इनू भाग लग जाण ते वधदा है। खावो खर्चो रल मिल भाई, टोट ना आवे वध दो जाही। घाटा नहीं पैंदा। दुनिया की चीज सब घटे घटे है। जिन्नी चीज है ना सब घटे। श्वास भी घट रहा है, तन का बल भी घट रहा है, ये सारा सरमाया सब घट रहा है, सब फना होने वाला है। सूरज भी घट रहा है, चंद्रमा भी घट रहा है, तारे भी, आसमान भी। गुरु नानक साहब का शब्द पढ़ो। गुरु नानक साहब रोम गए ने, इटली। 7 एविडेंस है रोम दे विच गुरु नानक साहब दे चरनीज दे। पोप बेंडिक्ट 5th ते पोप बेंडिक्ट 12 ਨੂੰ 5th ਨੂੰ ਮਿਲੇ ਗੁਰੂ ਨਾਨਕ ਸਾਹਿਬ ਰੋਮ ਦੇ ਵਿੱਚ, ਇਟਲੀ 'ਚ। ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਪਤਾ ਕਿਹੜਾ? ਉੱਥੇ ਗੁਲਾਮੀ ਕੱਟੀ ਸੀ ਕਾਲੀ ਚਮੜੀ ਵਾਲਿਆਂ ਦੀ। ਉਹ ਲੋਕ ਕਾਲੀ ਚਮੜੀ ਵਾਲਿਆਂ ਨੂੰ ਅਫਰੀਕਾ ਤੋਂ ਲਿਆ ਕੇ ਤੇ ਗੁਲਾਮ ਬਣਾਉਂਦੇ ਸੀ। ਗੁਰੂ ਨਾਨਕ ਸਾਹਿਬ ਨੇ ਆਵਾਜ਼ ਚੱਕੀ ਸੀ ਉਹਨਾਂ ਦੇ ਖਿਲਾਫ ਤੇ ਸ਼ਬਦ ਉਚਾਰਿਆ ਸੀ, ਅੱਲਾਹ ਅਲਖ ਅਗਮ ਕਾਦਰ। ਇਹ ਰੋਮ ਦੀ ਧਰਤੀ ਤੇ ਉਚਾਰਨ ਕੀਤੀ ਹੋਈ ਬਾਣੀ ਹੈ, ਜਿਹੜੇ ਸਾਨੂੰ ਐਵੀਡੈਂਸਿਸ ਦੱਸਦੇ ਨੇ। एक किताब है डॉक्टर किरपाल सिंह दी, पंजाबी यूनिवर्सिटी पटियाला दी, जन्म साखी परंपरा। वो जरूर पढ़ियो जे समा लगे दे। हाँ, तो किताबां ते तुसीं लभ नहीं सकदे। मोबाइल है, गूगल है, ਜਾਂ सिख बुक लभ करो, तुसीं किताबां पढ़ो, कुछ पढ़ो गुरु नानक साहब बारे। अल्लाह अलख अगम कादर करन हार करीम, सब दुनिया आवण जावणी, सब घट रहा। महाराज कहंदे मुकाम एक रहीम, वो रहण वाला है, वो रहण वाला है। सब दुनिया आवण जावणी, मुकाम एक रहीम। दिन रब चल है, दिन भी जा रहा है ते सूरज भी जा रहा है। निस सस चल है, रात भी जा रही है ते चंद्रमा भी जा रहा है। तारिका लख पलोए, ये सब घट रहे ने। जिन्हें तारा मंडल सारा स्पेस गैलेक्सीज सब अपने खात्मे वाला है, सब घटता जा रहा है। दिन रब चल है, निसस चल है, तारिका लख पलोए, मुकाम ओही एक है। वो रहन वाला है, ਉਹਦਾ नाम ते वो नानका सच बुगोए। गुरु नानक साहब कहते ਉਹੀ सच है जो गुरु नानक साहब बोल के कह रहे हैं। रुकन दीन, जे तू मैनू मक्खन दिखा दे मैं तेनू खुदा दिखा दांगा।
ਉਹਨੇ ਸਿਰ ਝੁਕਾਤਾ, ਸੱਚੇ ਪਾਤਸ਼ਾਹ ਨਮਸਕਾਰ। ਸੱਚੀ ਮੁੱਚੀ ਕਿਵੇਂ ਪੈਦਾ ਕਰੀਏ ਫਿਰ ਉਸ ਰੱਬ ਨੂੰ ਅੰਦਰੋਂ ਪ੍ਰਗਟ ਕਰੀਏ? ਮਹਾਰਾਜ ਕਹਿੰਦੇ ਏ ਮਨ ਈਂਟੀ ਹਾਥ ਕਰੋ, ਫੁਨ ਨੇਤਰੋਂ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਦ ਅੰਮ੍ਰਿਤ ਪਾਵੋ। ਜਿਵੇਂ ਮਧਾਣੀ ਰੜਕਦੀ ਹੈ ਤੇ ਮੱਖਣ ਨਿਕਲਦਾ ਹੈ, ਇਵੇਂ ਰਸਨਾ ਨੂੰ ਮਧਾਣੀ ਬਣਾ ਕੇ ਆਪਣੇ ਤਨ ਵਿੱਚ ਰੜਕਣਾ ਸ਼ੁਰੂ ਕਰ। ਆਪਣੇ ਅੰਦਰ ਜਪ। ਏ ਮਨ ਈਂਟੀ ਹਾਥ, ਈਟੀਆਂ ਹੁੰਦੀਆਂ ਸੀ ਪਹਿਲਾਂ ਮਧਾਣੀ ਦੇ ਰੱਸੇ ਦੇ ਪਰਲੇ ਪਾਸੇ, ਜਿੱਥੇ ਰੱਸੇ ਦੀ ਗੰਢ ਸੀ ਉੱਥੇ ਲੱਕੜ ਦੀਆਂ ਉਹ ਈਟੀਆਂ ਹੁੰਦੀਆਂ ਸੀ, ਉਹ ਉਂਗਲਾਂ ਵਿੱਚ ਫਸਾਈਆਂ ਜਾਂਦੀਆਂ ਸੀ। ਜਿਵੇਂ ਈਟੀ ਫਸਦੀ ਹੈ ਨਾ, ਮਨ ਨੂੰ ਪਹਿਲਾਂ ਰੋਕ, ਈਟੀ ਦੀ ਤਰ੍ਹਾਂ ਫਸਾ ਇਹਨੂੰ ਗੁਰੂ ਦੇ ਸ਼ਬਦ ਵਿੱਚ। ਮਨ ਤੇਰਾ ਭੱਜੀ ਜਾਂਦਾ ਹੈ। ਕਬਹੂ ਜੀੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ। ਐਵੇਂ ਫਿਰ ਬਾਣੀ ਪੜਨ ਦਾ ਫਾਇਦਾ? ਠੀਕ ਹੈ, ਬਾਣੀ ਪੜਨ ਦਾ ਫਾਇਦਾ ਹੀ ਫਾਇਦਾ ਹੈ, ਪਰ ਜੇ ਬਾਣੀ ਟਿਕ ਕੇ ਪੜ ਲਈ ਜਾਏ ਫਿਰ ਕਿੰਨਾ ਲਾਹਾ ਹੈ? ਤੁਸੀਂ ਦੱਸੋ। ਫਿਰ ਤੇ ਰਹਿਮਤਾਂ ਕਿੰਨੀਆਂ ਨੇ, ਫਿਰ ਤੇ ਮਨ ਦੇ ਵਿੱਚ ਬਾਣੀ ਵਸ ਜਾਏ। ਫਿਰ ਮਹਾਰਾਜ ਕਹਿੰਦੇ ਹਸਤੀ ਸਿਰ ਜਿਉ ਅੰਕਸ਼ ਹੈ, ਐਰਨ ਜਿਉ ਸਿਰ ਦੇ ਮਨ ਤਨ ਆ ਗਿਆ ਰਾਖੈ, ਉਹ ਵੀ ਸੇਵ ਕਰੇ। ਆ ਪਰਸੋਂ ਦਾ ਹੁਕਮਨਾਮਾ ਇਸ ਪਾਵਨ ਸਥਾਨ ਦਾ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰੁਕਨਦੀਨ ਹੈ ਪਰ ਜੁਗਤ ਹੈ। ਮਹਾਰਾਜ ਕਹਿੰਦਾ ਸਮਝ ਗਿਆ। ਕਹਿੰਦੇ ਇੱਕ ਆਖਰੀ ਸਵਾਲ ਹੋਰ ਪੁੱਛਣਾ ਹੈ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਪੁੱਛ। ਪਹਿਲਾ ਪੁੱਛਿਆ ਸੀ ਖੁਦਾ ਕਿੱਥੇ ਹੈ? ਮਹਾਰਾਜ ਕਹਿੰਦੇ ਸਭ ਦੇ ਵਿੱਚ ਹੈ, ਤੇਰੇ ਵਿੱਚ ਤੇ ਮੈਨੇ ਵਿੱਚ, ਸਭ ਦੇ ਵਿੱਚ ਬਰਾਬਰ ਹੈ। ਇੱਥੇ ਵੀ ਹੈ ਤੇ ਉੱਥੇ ਵੀ ਹੈ। ਧਰਤੀ ਅਸਮਾਨ ਸਭ ਉਹਦਾ ਹੈ, ਹਰ ਥਾਂ ਤੇ ਹੈ। ਮਹਾਰਾਜ ਦੂਸਰਾ ਸਵਾਲ ਸੀ ਮਹਾਰਾਜ ਨੂੰ, ਫਿਰ ਦਿਖਾਓ। ਮਹਾਰਾਜ ਕਹਿੰਦੇ ਜੁਗਤ ਹੈ ਉਹਨੂੰ ਪ੍ਰਗਟ ਕਰਨ ਦੀ। ਤੇ ਤੀਸਰਾ ਸਵਾਲ ਕਿ ਉਹ ਖੁਦਾ ਕੀ ਕਰ ਸਕਦਾ ਹੈ। ਤੀਜਾ ਸਵਾਲ ਸੀ ਰੁਕਨਦੀਨ ਦਾ ਮੱਕੇ ਦੀ ਧਰਤੀ ਤੇ, ਕਿ ਉਹ ਕੀ ਕਰ ਸਕਦਾ ਹੈ। ਮਹਾਰਾਜ ਕਹਿੰਦੇ ਸਭ ਕੁਝ ਕਰ ਸਕਦਾ। ਕਹਿੰਦੇ ਸਭ ਕੁਝ ਨਹੀਂ ਸੁਣਨਾ ਮੈਂ। ਜੇ ਤੁਸੀਂ ਕਹਿੰਦੇ ਹੋ ਖੁਦਾ ਹੈ, ਮਹਾਰਾਜ ਕਹਿੰਦੇ ਹੈ। ਕਹਿੰਦੇ ਤੁਸੀਂ ਕਹਿੰਦੇ ਹੋ ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ, ਮਹਾਰਾਜ ਕਹਿੰਦੇ ਹੈ। ਕਹਿੰਦੇ ਜਦੋਂ ਪ੍ਰਤੱਖ ਹੈ ਤੇ ਪ੍ਰਤੱਖ ਉਹ ਕੀ ਕਰ ਸਕਦਾ? ਹੁਣੇ ਉਹਦੀ ਹੋਂਦ ਦਿਸ ਸਕਦੀ ਹੈ? ਉਹ ਹੁਣੇ ਇਸ਼ਾਰਾ ਉਹਦਾ ਹੋ ਸਕਦਾ ਕਿ ਉਹ ਹੈ? ਕੋਈ ਇਸ਼ਾਰਾ ਮੈਨੂੰ ਮਿਲ ਸਕਦਾ? ਤੁਸੀਂ ਮੈਨੂੰ ਕੋਈ ਇਸ਼ਾਰਾ ਦਵਾ ਸਕਦੇ ਹੋ, ਕੋਈ ਹਲਚਲ ਦਵਾ ਸਕਦੇ ਹੋ ਜਿਸ ਹਲਚਲ ਤੋਂ ਮੈਂ ਸਮਝਾਂ ਕਿ ਖੁਦਾ ਹੈ? ਮਹਾਰਾਜ ਕਹਿੰਦੇ ਹਾਂ ਮੈਂ ਦਵਾ ਸਕਦਾ। ਕਹਿੰਦੇ ਫਿਰ ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ। ਮਹਾਰਾਜ ਕਹਿੰਦੇ ਕੁਝ ਜ਼ਿਆਦਾ ਨਹੀਂ ਕਰਨਾ, ਜਿੱਥੇ ਤੂੰ ਬੈਠਾ ਤਾਂ ਥੱਲੇ ਆ ਜਾ, ਤੈਨੂੰ ਤਖਤ ਤੋਂ ਉਤਰਨਾ ਪਏਗਾ ਇਹਦਾ ਜਵਾਬ ਲੈਣ ਵਾਸਤੇ। ਮਹਾਰਾਜ ਕਹਿੰਦੇ ਗੱਲ ਹੀ ਕੋਈ ਨਹੀਂ। ਉਹ ਤਖਤ ਤੋਂ ਉਤਰਿਆ, ਮਹਾਰਾਜ ਉਹਦੇ ਤਖਤ ਤੇ ਬਹਿ ਗਏ। ਤੇ ਹੁਣ ਰੁਕਨਦੀਨ ਦੇਖਦਾ ਗੁਰੂ ਨਾਨਕ ਸਾਹਿਬ ਨੂੰ ਕਿ ਕੁਝ ਬੋਲਣਗੇ, ਕੁਝ ਕਰਨਗੇ। ਰੁਕਨਦੀਨ ਥੱਲੇ ਆ ਗਿਆ ਆਪਣੇ ਤਖਤ ਤੋਂ, ਗੁਰੂ ਨਾਨਕ ਸਾਹਿਬ ਤਖਤ ਤੇ ਬਹਿ ਗਏ। ਰੁਕਨਦੀਨ ਕਹਿੰਦਾ ਮਹਾਰਾਜ ਹੁਣ ਦੱਸੋ ਤਾਂ ਸਹੀ ਉਹ ਕੀ ਕਰ ਸਕਦਾ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਕਰ ਤੇ ਦਿੱਤਾ ਉਹਨੇ। ਕਹਿੰਦੇ ਕੀ? ਕਹਿੰਦੇ ਤਖਤਾਂ ਤੋਂ ਬੈਠਿਆਂ ਨੂੰ ਥੱਲੇ ਲਾਤਾ ਤੇ ਥੱਲਿਆਂ ਨੂੰ ਤਖਤਾਂ ਤੇ ਬਿਠਾਤਾ। ਇਹ ਉਹ ਕਰ ਸਕਦਾ ਇੱਕ ਖਿੰਨ ਚ। ਰੁਕਨਦੀਨ ਇੱਕ ਖਿੰਨ ਪਹਿਲਾਂ ਤੂੰ ਤਖਤਾਂ ਤੇ ਬੈਠਾ ਸੀ, ਛਾਲ ਮਾਰ ਕੇ ਥੱਲੇ ਆਇਆ ਇੱਕ ਖਿੰਨ। ਸੋਚਿਆ ਤੂੰ? ਤੇਰੇ ਮਨ 'ਚ ਖਿਆਲ ਆਇਆ? ਬੰਦਾ ਸੋਚਦਾ ਨਹੀਂ ਇਵੇਂ ਹੁੰਦਾ, ਇਵੇਂ ਹੋ ਸਕਦਾ ਸੀ, ਮੈਂ ਇਹ ਕਰ ਸਕਦਾ ਸੀ ਜੇ ਇਵੇਂ ਕਰਦੇ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਉਹ ਕੁਝ ਨਹੀਂ ਹੁੰਦਾ, ਜੋ ਹੁੰਦਾ ਹੈ ਸਭ ਉਹਦਾ ਹੁਕਮ ਹੁੰਦਾ ਹੈ। ਜਿੱਥੇ ਹੁਕਮ ਹੋ ਜਾਏ ਨਾ ਫਿਰ ਮਤ ਨਹੀਂ ਕੰਮ ਚੱਲਦੀ। ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾ। ਬੰਦਾ ਕਹਿੰਦਾ ਮੈਂ ਐਵੇਂ ਹੀ ਕਰਾਂਗਾ, ਮੈਨੂੰ ਇਹ ਚੰਗਾ ਲੱਗਦਾ ਹੈ। ਮਹਾਰਾਜ ਕਹਿੰਦੇ ਰੁਕ ਜਾ ਭਰਾਵਾ, ਹੋਣਾ ਉਹ ਹੈ ਜੋ ਵਾਹਿਗੁਰੂ ਨੂੰ ਚੰਗਾ ਲੱਗਿਆ। ਉਹ ਨਹੀਂ ਹੋਣਾ ਜੋ ਤੈਨੂੰ ਚੰਗਾ ਲੱਗਦਾ। ਅਸੀਂ ਕਹਿੰਦੇ ਮੈਂ ਇਹ ਚਾਹੁੰਦਾ ਹੋ ਜਾਏ, ਮੈਨੂੰ ਇਹ ਚੰਗਾ ਲੱਗਦਾ ਹੋ ਜਾਏ। ਜੋ ਮੈਨੂੰ ਚੰਗਾ ਲੱਗਦਾ ਉਹ ਨਹੀਂ ਹੋਏਗਾ। ਕੀ ਹੋਏਗਾ ਫਿਰ? ਜੋ ਮੇਰੇ ਲਈ ਚੰਗਾ ਹੈ ਉਹੀ ਹੋਏਗਾ। ਇਹ ਗੱਲ ਯਾਦ ਰੱਖਿਓ। ਉਹ ਰੱਬ ਕਦੀ ਬੁਰਾ ਨਹੀਂ ਕਰਦਾ ਕਿਸੇ ਨੂੰ। ਮਹਾਰਾਜ ਬੁਰਾ ਨਹੀਂ ਕਰਦੇ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ। ਪੜੋ ਜੀ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਪੜੋ ਜੀ, ਤਿਸ ਦਾ ਬੁਰਾ ਉਹ ਤੇ ਸਭ ਦਾ। ਉਹ ਤੇ ਰੋਜ਼ ਪੜੋ ਸੁਖਮਨੀ ਸਾਹਿਬ, ਭਲਾ 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 ਤੇਰਾ ਰੂਪ। ਪੜੋ ਜੀ ਸਾਰੇ, ਭਲਾ 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 ਤਿੰਨੋਂ, ਮਨ ਬਚਨ ਕਰਮ ਕਰਕੇ ਵੀ ਭਲਾ ਹੈ, ਆਦ ਵੀ ਭਲਾ ਹੈ, ਹੁਣ ਵੀ ਭਲਾ ਤੇ ਅੰਤ ਵੀ ਭਲਾ ਹੋਏਗਾ। 3 ਵਾਰੀ ਕਿਹਾ ਅਤ ਸੁੰਦਰ ਅਪਾਰ ਨੂੰ। ਮਹਾਰਾਜ ਕਹਿੰਦੇ ਰੁਕਨਦੀਨ ਉਹ ਇਹ ਕਰ ਸਕਦਾ ਹੈ। ਕਹਿੰਦੇ ਕਿ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਕਰ ਸਕਦਾ।
ਭੇਖਾਰੀ ਤੇ ਰਾਜ ਕਰਾਵੇ। ਰਾਜਾ ਤੇ ਇਹ ਰਾਜੇ ਨੂੰ ਭਿਖਾਰੀ ਬਣਾਉਂਦਾ ਹੈ, ਤੇ ਭਿਖਾਰੀ ਕਹਿੰਦਾ ਕੋਈ ਨਹੀਂ ਮੈਂ ਮੰਗ ਕੇ ਖਾ ਲਾਂਗਾ, ਮੈਂ ਫਿਰ ਵੀ ਰੱਬ ਨੂੰ ਨਹੀਂ ਮੰਨਦਾ। ਤੇ ਰੱਬ ਅੱਗੋਂ ਕਹਿੰਦਾ ਤੂੰ ਮੰਗ ਕੇ ਵੀ ਤਾਂ ਖਾ ਸਕਦਾ ਜੇ ਮੈਂ ਚਾਹਾਂਗਾ, ਜੇ ਮੇਰਾ ਹੁਕਮ ਨਹੀਂ ਹੋਇਆ ਫਿਰ ਤੂੰ ਮੰਗ ਕੇ ਵੀ ਨਹੀਂ ਖਾ ਸਕਦਾ। ਸੁਣੋ ਪੜੋ, ਨਦਰ ਉਪੱਠੀ ਜੇ ਕਰੈ ਸੁਲਤਾਨਾ ਘਾਹ ਕਰਾਇੰਦਾ। ਸੁਲਤਾਨਾ ਨੂੰ ਘਾਹ ਵੱਢਣ ਲਾਤਾ, ਉਹ ਕਹਿੰਦਾ ਨਹੀਂ ਮੈਂ ਨਹੀਂ ਵੜਦਾ, ਮੈਂ ਮੰਗ ਕੇ ਖਾ ਲਾਂਗਾ। ਅਗਲੀ ਤੁਕ ਪੜੋ, ਡਰ ਮੰਗਣ ਭਿੱਖ ਨਾ ਪਾਇਦਾ। ਜੇ ਉਹਦਾ ਹੁਕਮ ਨਾ ਹੋਏ ਕੋਈ ਭਿੱਖ ਮੰਗ ਕੇ ਵੀ ਨਹੀਂ ਖਾ ਸਕਦਾ, ਐਡੀ ਤਾਕਤ ਹੈ ਉਹਦੀ। ਇਸ ਕਰਕੇ ਦੂਜਾ ਸ਼ਬਦ ਬੋਲਿਆ ਸ਼ੇਖ ਫਰੀਦ ਪਿਆਰੇ, ਅੱਲਾ ਲੱਗੇ। ਇਸੇ ਸ਼ਬਦ ਦੀ ਅੰਤਮ ਤੁਕ ਹੈ, ਜ਼ਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ। ਹੋ ਗਿਆ ਜੀ ਸਮਾਂ। ਜ਼ਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ। ਕਹਿੰਦੇ ਅਸਮਾਨ ਤੇ ਧਰਤੀ ਦੀ ਗੱਲਬਾਤ ਹੋ ਰਹੀ ਹੈ। ਇੱਕ ਦਿਨ ਧਰਤੀ ਤੇ ਅਸਮਾਨ ਆਪਸ 'ਚ ਸਲਾਹ ਕਰਦੇ ਨੇ, ਗੱਲਬਾਤ ਕਰਦੇ ਨੇ, ਹਾਲ ਚਾਲ ਪੁੱਛਦੇ ਨੇ। ਤੇ ਅਸਮਾਨ ਪੁੱਛਦਾ ਯਾਰ ਉਹ ਬੰਦਾ ਨਹੀਂ ਦਿਸਦਾ ਧਰਤੀਏ, ਤੇ ਧਰਤੀ ਪੁੱਛਦੀ ਹੈ ਕਿਹੜਾ। ਕਹਿੰਦੇ ਜਿਹੜਾ ਆਕੜਿਆ ਫਿਰਦਾ ਸੀ, ਅਹੰਕਾਰਿਆ ਫਿਰਦਾ ਸੀ, ਜਿਹੜਾ ਕਹਿੰਦਾ ਸੀ ਮੈਂ ਅਸਮਾਨ 'ਚ ਵੀ ਤਾਕੀਆਂ ਲਾ ਦੇਣੀਆਂ, ਮੈਂ ਐਡਾ ਹੁੰਦਾ। ਕਹਿੰਦੇ ਜਿਹੜਾ ਕਹਿੰਦਾ ਸੀ ਮੇਰੇ 'ਚ ਵੀ ਤਾਕੀਆਂ ਲਾਏਗਾ ਅਸਮਾਨ 'ਚ, ਕਹਿੰਦੇ ਉਹ ਕਿੱਥੇ ਹੈ। ਧਰਤੀ ਕਹਿੰਦੀ ਚੁੱਪ ਸ਼ਾਂਤ ਹੌਲੀ ਬੋਲ, ਮੈਂ ਉਹਨੂੰ ਕੱਲ ਹੀ ਆਪਣੇ ਵਿੱਚ ਸਮਾ ਲਿਆ, ਕੱਲ ਉਹ ਮੇਰੇ 'ਚ ਸੁੱਤਾ ਪਿਆ। ਕਹਿੰਦੇ ਹੁਣ ਨਹੀਂ ਉਹ ਜਾਗੇਗਾ। ਤਨ ਮਿੱਟੀ ਹੋ ਗਿਆ ਤੇ ਉਹਦੀ ਆਤਮਾ ਰੱਬ ਦੇ ਦਰ ਤੇ ਉਲਾਮੇ ਤੇ ਮਾਰ ਸਹਿ ਰਹੀ ਹੈ। ਕਹਿੰਦੇ ਕਿਉਂ। ਕਹਿੰਦੇ ਜਿੰਨੇ ਇੱਕ ਦਿਨ ਆਕੜ ਹੀ ਜਾਣਾ ਉਹ ਸਾਰੀ ਉਮਰ ਆਕੜਿਆ ਫਿਰਿਆ, ਇਹ ਨਹੀਂ ਸਮਝਿਆ ਕਿ ਇੱਕ ਦਿਨ ਆਕੜ ਹੀ ਜਾਣਾ ਇਸ ਤਨ ਨੇ। ਜ਼ਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ। ਅਸਮਾਨ ਪੁੱਛਦਾ ਧਰਤੀ ਨੂੰ ਕਿੱਥੇ ਗਿਆ ਉਹ ਬੰਦਾ ਜਿਹੜਾ ਬੜਾ ਆਕੜਿਆ ਫਿਰਦਾ ਸੀ। ਅੱਗੋਂ ਧਰਤੀ ਕਹਿੰਦੀ ਜਾਲਨ ਗੋਰਾ ਨਾਲ ਅੱਜ ਮੇਰੇ ਵਿੱਚ ਹੈ। ਉਲਾਮੇ ਜੀ ਸੇ ਤੀਜਾ ਸ਼ਬਦ ਬਾਬਾ ਸ਼ੇਖ ਫਰੀਦ ਦਾ, बेड़ा बंद ना सकियो बंधन की बेला, भर सरवर जब उछले तब तरुण दे हिला। ये तीजा शब्द है बाबा शेख फरीद दा। ये जे समा है जपन दा तां बंदा कहंदा नहीं जी अजे नहीं, अजे ते कोई नहीं उम्र, जब 60 दे हो जाएंगे वेखांगे। जे 60 दा हो गया कहंदा फिर हुण पोतरे दोतरे वड्डे हो जाण फिर देखांगे। फिर कहंदे हुण पोतरियां नूं विआउण तो बाद वेखांगे। ਇਹ ਮਨ ਦਾ ਹਾਲ ਹੈ। ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਬੰਦਾ ਸਦਾ ਹੀ ਕਹਿੰਦਾ ਫਿਰ ਕੱਲ। काम बहुत थे, काम होते भी चले गए, बस एक इबादत थी जो टलती रही। एक इबादत थी जो टलती रही। ਇਹਨੂੰ ਬਾਬਾ ਫਰੀਦ ਕਹਿੰਦੇ ਬੇੜਾ ਬੰਦ ਨਾ ਸਕਿਓ। ਜਦ ਸਮਾਂ ਸੀ ਕਿ ਤੂੰ ਬੰਨ ਲਾ ਲੈ ਵਿਕਾਰਾਂ ਦਾ, ਇਸ ਮਨ ਨੂੰ ਤਾਕਤ ਸੀ। ਤੇ ਹੁਣ ਮਹਾਰਾਜ ਕਹਿੰਦੇ ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, रुदा कंठ शब्द नहीं उचरे अब क्या करे प्राणी। महाराज ने बचन कहते भाई ये तेरे कोल बल है इस वेले इस बल नाल अपनी सुरत नूं काबू कर लै। पर जे बल ही खत्म हो गया, इंद्री का बल थाका, फिर महाराज कहते तू जप सकेगा, फिर नहीं जप सकदा। सोए रही प्रभ खबर ना जानी, भौर पिया बहुर पछतानी। भौर दा मतलब कला सवेर नहीं, धौले आ गए। प्रिया प्रेम सहज मन आनंद धरोरी, प्रभ मिलबे की लालसा ताते आलस कहा करोगी। ये आलस की है, बुरे काम को उठ खलोया नाम की बेला। ते कबीर साहब ने ही किया ना, कबीर सूता क्या करें उठ के ना जप है मुरार, एक दिन सोवन होए गो लांबे गोड़ पसार। बेड़ा बंध ना सके हो बंधन की वेला, कि जद तेनू दिस रहा भव सागर भारा है कि बेड़ा बना लै नाम दा, सतसंगत कर लै, कोई जप बाणी दा नेम निभा लै रोज दा, कोई शामी सोदर ते राती सोयला ही पढ़ लै। इन्ना कर्म कर ले ना गुरु का सिख नेम वाला। बद ते चलो बद जिन्ना मर्जी पढ़े, घटो घट इन्ना नेम निभा लै अपने जीवन दे विच। नितनेम वाली बाणियां नूं सांभ ले गुरु का सिख, ये बेड़ा बंधन दी जुगत है। बाकी ते गुरु का सिख जिन्ना पढ़े वो घट नहीं है। ਉਹਦੇ ਕਥਨਾ ਕਥੀ ਨਾ ਆਵੇ ਤੋਟ, ਕਤ ਕਤ ਕਥੀ ਕੋਟੀ ਕੋਟ ਕੋਟ, ਫਿਰ ਤੇ ਕਰੋੜਾਂ 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 ਰਹਿਮਤਾਂ ਨੇ। ਬਾਬਾ ਫਰੀਦ ਦਾ ਤੀਜਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਇਹੀ ਸਾਨੂੰ ਚੇਤੇ ਕਰਾਉਂਦਾ ਹੈ ਕਿ ਜਦ ਸਮਾਂ ਸੀ ਬੇੜਾ ਬੰਨਣ ਦਾ ਤਾਂ ਤੂੰ ਬਣਿਆ ਨਹੀਂ। ਪਰ ਸਰਵਰ ਜਬ ਉਛਲੇ, ਹੁਣ ਤੇ ਤੂਫਾਨ ਆ ਗਿਆ ਭਰਾਵਾ।
ਹੁਣ ਤੇ ਤੂਫਾਨ ਆ ਗਿਆ, ਹੁਣ ਬੇੜਾ ਠੱਲਣ ਦੀ ਤੇਰੇ ਕੋਲ ਤੇ ਬੇੜਾ ਵੀ ਨਹੀਂ ਬਣਿਆ, ਠੱਲਣਾ ਤੇ ਦੂਰ, ਤੇਰੇ ਤੋਂ ਤੇ ਬੇੜਾ ਨਹੀਂ ਬਣਿਆ, ਹੁਣ ਕਿਵੇਂ ਤਰੇਂਗਾ। ਪਰ ਸਰਵਰ ਜਬ ਉਛਲੈ ਤਬ ਤਰੁਣ ਦਹੇਲਾ। ਜਦ ਸਮਾਂ ਸੀ ਬੇੜੇ ਨੂੰ ਬੰਨਣ ਦਾ, ਜੇ ਬੇੜਾ ਬਣਿਆ ਹੁੰਦਾ ਤੇ ਫਿਰ ਤਰ ਜਾਂਦਾ ਇਹਦੇ ਵਿੱਚ। ਬੇੜਾ ਕੀ ਸੀ? ਕਲਯੁਗ ਜਹਾਜ਼ ਅਰਜੁਨ ਗੁਰੂ। ਪੜੋ ਜੀ, ਕਲਯੁਗ ਜਹਾਜ਼ ਅਰਜੁਨ ਗੁਰੂ। ਸਗਲ ਸ੍ਰਿਸ਼ਟ ਲਗ ਬਹਿ ਤਰੋ। ਗੁਰੂ ਦੇ ਚਰਣੀ ਲੱਗਣਾ ਸੀ, ਬਾਣੀ ਪੜ੍ਹਨੀ ਸੀ, ਗੁਰੂ ਵਾਲਾ ਬਣਨਾ ਸੀ, ਉਹ ਤੇ ਕੀਤਾ ਨਹੀਂ। ਵਿਕਾਰਾਂ ਵਿੱਚ ਤਨ ਦਾ ਬਲ ਵੀ ਗਿਆ, ਉਮਰਾਂ ਵੀ ਗਈਆਂ, ਸਾਰਾ ਸਰਮਾਇਆ ਵੀ ਗਿਆ। ਤੇ ਹੁਣ ਜੇ ਮਨ ਹੁਣ ਟਿਕਾ ਲਾਂਗੇ, ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਸੱਚ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਸਰਪ ਜੋਨ ਵਲ ਵਲ ਉਤਰੈ। ਅੰਤ ਕਾਲ ਦਾ ਮਤਲਬ ਹੈ ਕਿ ਹੁਣ ਬੁਢੇਪਾ, ਬਈ ਹੁਣ ਜਪਿਆ ਜਾ ਸਕਦਾ। ਮਰ ਕਹਿੰਦੇ ਸਾਰੀ ਉਮਰ ਜਪਿਆ, ਕਹਿੰਦੇ ਨਹੀਂ, ਕਹਿੰਦੇ ਸਾਰੀ ਉਮਰ ਜੋ ਕੀਤਾ ਨਾ, ਅੰਤ ਵੇਲੇ ਉਹੀ ਮਨ ਦੇ ਉੱਤੇ ਹਾਵੀ ਹੋਏਗਾ। ਜੇ ਲక్ష్ਮੀ ਹੈ ਫਿਰ ਸੱਪ ਦੀ ਤਿਆਰੀ ਰੱਖ, ਅੱਗੇ ਜ਼ਹਿਰ ਹੀ ਅੰਦਰ ਪੈਦਾ ਹੋਏਗਾ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਪ੍ਰੇਤ ਜੋਨ ਵਲ ਵਲ ਉਤਰੈ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮਹਿ ਜੇ ਮਰੈ। ਇਹ ਜ਼ਿਕਰ ਕੀਤਾ। ਸੂਕਰ ਜੋਨ ਜੋ ਸਾਰੀ ਉਮਰ ਕੀਤਾ ਉਹੀ ਹੋਣਾ ਹੈ। ਇਸ ਕਰਕੇ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਇਹ ਸਾਰੀ ਉਮਰ ਦਾ ਸਰਮਾਇਆ ਸੀ, ਇਹ ਸ਼ੁਰੂ ਤੋਂ ਸੀ, ਪਹਿਲੇ ਸਵਾਸ ਤੋਂ, ਕਿ ਗੁਰੂ ਕੇ ਸਿੱਖਾ, ਜੇ ਗੁਰੂ ਘਰ ਦੇ ਵਿੱਚ, ਗੁਰੂ ਕੇ ਸਿੱਖ ਦੇ ਘਰ 'ਚ ਕੋਈ ਸਿੱਖ, ਕੋਈ ਪੁੱਤਰ ਧੀ ਪੈਦਾ ਹੋਈ ਹੈ ਤੇ ਉਹਦੀ ਸ਼ੁਰੂਆਤ ਹੀ ਚਰਨ ਗੁਰੂ ਕੇ ਅੰਮ੍ਰਿਤ ਤੋਂ ਕੀਤੀ ਹੈ। ਕਿ ਜਪਜੀ ਸਾਹਿਬ ਪੜ੍ਹ ਕੇ ਇਹਨੂੰ ਅੰਮ੍ਰਿਤ ਦੀ ਬੂੰਦ ਦੇਣੀ ਹੈ, ਅੰਮ੍ਰਿਤ ਦੇ ਛਿੱਟੇ ਦੇਣੇ ਹੈ, ਤਾਂ ਕਿ ਇਹਨੂੰ ਗੁਰੂ ਚੇਤੇ ਆਏ। ਤੇ ਉਹਦੇ ਲਈ ਮਾਹੌਲ ਇਸ ਤਰ੍ਹਾਂ ਦਾ ਸਿਰਜਣਾ। ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਹਾਂ, ਅੰਤ ਕਾਲ ਨਾਰਾਇਣ ਸਿਮਰੈ। ਇੱਥੇ ਹੈ ਜਿਹਨੇ ਪਹਿਲਾਂ ਵੀ ਸਿਮਰਿਆ ਨਾ ਆਪਣੀ ਉਮਰ ਦੇ ਵਿੱਚ, ਹੁਣ ਤੇ ਉਮਰ ਦਰਾਜ਼ ਹੋ ਗਈ ਹੈ। ਤੇ ਭਾਈ ਨੰਦ ਲਾਲ ਕਹਿੰਦੇ ਆ ਕਿ ਸਰੀਰ ਦਾ ਬੁੱਢਾ ਹੋਣਾ ਬਜ਼ੁਰਗੀ ਗੁਰਮਤ ਮੰਦੀ ਨਹੀਂ। ਸਰੀਰ ਦੀ ਬਜ਼ੁਰਗੀ ਨਹੀਂ ਹੈ। ਮਨ ਬੰਦਗੀ ਕਰ ਕਰਕੇ ਸਹਿਜ ਸੰਤੋਖ ਤੇ ਸਬਰ ਵਿੱਚ ਆ ਜੇ, ਉਹੀ ਬਜ਼ੁਰਗ ਹੈ। ਭਾਵੇਂ ਉਹਦਾ ਸਰੀਰ 20 ਸਾਲਾਂ ਦਾ ਹੋਵੇ, ਭਾਵੇਂ ਉਹਦੀ ਉਮਰ 30-35 ਸਾਲਾਂ ਦੀ ਹੋਵੇ। ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਕਵੀ, 52 ਕਵੀਆਂ ਵਿੱਚੋਂ। ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ। ਬਜ਼ੁਰਗੀ ਉਹ ਹੈ ਜਿਸ ਹਿਰਦੇ ਵਿੱਚ, ਜਿਸ ਭਾਂਡੇ ਵਿੱਚ ਬੰਦਗੀ ਹੈ। ਉਮਰ ਦਾ 70-80 ਸਾਲ ਹੋਣਾ ਗੁਰਮਤ ਬਜ਼ੁਰਗੀ ਨਹੀਂ ਮੰਨਦੀ। ਬਜ਼ੁਰਗੀ ਉਹ ਹੈ ਜਦ 12 ਸਾਲ ਦੀ ਉਮਰ ਸੀ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਬਾਬਾ ਬੁੱਢਾ ਹੋ ਗਿਆ, ਭਾਈ ਬੂੜਾ। ਇਹ ਹੈ ਬਜ਼ੁਰਗੀ। 12 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਦਾ ਖਿਤਾਬ ਮਿਲ ਗਿਆ। ਇਹ ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ। ਗਰ ਬਜ਼ੁਰਗੀ ਇਹਨੂੰ ਕਿਹਾ, ਬੇੜਾ ਬੰਦ ਨਾ ਸਕਿਓ। ਇਹਨੂੰ ਕਿਹਾ ਅੰਤ ਕਾਲ ਨਾਰਾਇਣ ਸਿਮਰੈ। ਜਿਹੜਾ ਸਾਰੀ ਉਮਰ ਸਿਮਰਦਾ ਉਹਨੂੰ ਅੰਤ ਵਿੱਚ ਵੀ ਵਾਹਿਗੁਰੂ ਚੇਤੇ ਆਉਂਦਾ। ਫਿਰ ਐਸੀ ਚਿੰਤਾ ਮਹਿ ਜੇ ਮਰੈ। ਬਦਤ ਤਰਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਕੈ ਹਿਰਦੈ ਵਸੈ। ਉਹਦੇ ਹਿਰਦੇ ਵਿੱਚ ਹੋਰ ਕੁਝ ਨਹੀਂ ਹੈ, ਪ੍ਰਭੂ ਦੇ ਨਾਮ ਦੀ ਰਹਿਮਤ ਹੈ। ਬੇੜਾ ਬੰਦ ਨਾ ਸਕਿਓ। ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੈ, ਤਬ ਤਰੁਣ ਦਹੇਲਾ। ਜਦ ਸਮਾਂ ਸੀ ਤਾਂ ਤੂੰ ਪ੍ਰਭੂ ਦੀ ਬੰਦਗੀ ਵਾਸਤੇ ਯਤਨ ਨਹੀਂ ਕੀਤਾ, ਤਾਂ ਤੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਹ ਲੋਭ ਧਰੋ ਇੱਥੇ ਹੀ ਫਸਿਆ ਰਿਹਾ। ਹੁਣ ਬੜੀ ਪਿਆਰੀ ਜੁਗਤ ਬਾਬਾ ਫਰੀਦ ਨੇ ਇਸੇ ਸ਼ਬਦ 'ਚ ਦੱਸੀ ਹੈ। ਪਰ ਸਰਵਰ ਜਬ ਉਛਲੈ, ਹੁਣ ਤੂਫਾਨ ਆ ਗਿਆ ਵਿਕਾਰਾਂ ਦਾ। 10 ਅਵਸਥਾ 'ਚ ਸਰੀਰ ਦੀ ਜੁਗਤ ਦੱਸਦੀ ਬਾਣੀ 'ਚ। ਤੇ ਅਸੀਂ ਕਹਿੰਦੇ ਨਾ ਜੀ ਉਮਰ ਦਰਾਜ਼ ਹੋਏਗਾ ਤੇ ਆਪੀ ਕਾਮ ਘਟ ਜਾਏਗਾ, ਤਾਂ ਬੰਦਗੀ ਕਰ ਲਾਂਗੇ। ਉਮਰ ਦਰਾਜ਼ ਹੋਵਾਂਗੇ ਤੇ ਤ੍ਰਿਸ਼ਨਾ ਆਪੀ ਘਟ ਜਾਏਗੀ, ਫਿਰ ਸਿਮਰਨ ਹੋ ਜਾਏਗਾ, ਬਾਣੀ ਪਾਠ ਸ਼ਾਇਦ ਹੁਣ ਨਹੀਂ ਮਨ ਟਿਕਦਾ, ਅੱਗੇ ਟਿਕ ਜਾਏਗਾ। ਯਾਦ ਰੱਖਿਓ ਬਾਣੀ ਦਾ ਇਹ ਸਿਧਾਂਤ ਮੈਂ ਹੀ ਨਹੀਂ ਕਹਿੰਦਾ, ਅਟਲ ਬਾਣੀ ਕਹਿੰਦੀ ਹੈ ਜਿੰਨੀ ਬਜ਼ੁਰਗੀ ਹੋਏਗੀ ਕਾਮ ਵੀ ਵਧੇਗਾ, ਕ੍ਰੋਧ ਵੀ ਵਧੇਗਾ, ਤ੍ਰਿਸ਼ਨਾ ਵੀ ਵਧੇਗੀ, ਵਿਕਾਰ ਵੀ ਵਧਣਗੇ, ਜੇ ਪ੍ਰਭੂ ਦੀ ਬੰਦਗੀ ਨਹੀਂ। ਇਹ ਭੁਲੇਖਾ ਹੈ ਕਿ ਉਮਰ ਦਰਾਜ਼ ਹੋ ਕੇ ਕੋਈ ਕਹੇ ਕਿ ਜੀ ਇਹ ਸਭ ਕੁਝ ਘਟਣਾ ਚਾਹੀਦਾ ਨਾ। ਹਾਂ, ਜੇ ਘਟਦਾ
ਬਾਬਾ ਫਰੀਦ ਕਹਿੰਦੇ ਆ ਚੱਬਣ ਚੱਲਣ ਰਤਨ, ਕਹਿੰਦੇ ਤ੍ਰਿਸ਼ਨਾ ਤੇਰੀ ਮਰੀ ਨਹੀਂ, ਤੇਰੇ ਦੰਦ ਖਤਮ ਹੋ ਗਏ। ਭੁੱਖ ਤੇ ਰਸ ਮਰਿਆ ਨਹੀਂ, ਚੱਬਣ ਚੱਲਣ ਰਤਨ। ਸੇ ਸੁਨੀਅਰ ਬਹਿ ਗਏ, ਕੰਨਾਂ ਦੀ ਤਾਕਤ ਚਲੀ ਗਈ, ਅਜੇ ਨਿੰਦਾ ਸੁਣਨ ਦੀ ਬਾਣ ਨਹੀਂ ਗਈ। ਹੀਰੇ ਮੋਤੀ ਢਾ ਸੇ ਜਾਨੀ ਚੱਲ ਗਏ। ਕਹਿੰਦੇ ਹੁਣ ਤੇ ਬੰਦਿਆ ਸਬਰ ਕਰ ਲੈ, ਹੁਣ ਤੇ ਦੰਦ ਵੀ ਨਹੀਂ ਰਹੇ, ਸੁਣਨ ਦੀ ਤਾਕਤ ਨਹੀਂ ਰਹੀ, ਅੱਖਾਂ ਤੋਂ ਵੇਖਣ ਦੀ ਰੋਸ਼ਨੀ ਨਹੀਂ ਰਹੀ, ਪਰ ਅੰਦਰ ਵਿਕਾਰ ਨੇ। ਪਹਿਲਾ ਪਿਆਰ ਲਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਬ, ਚੌਥੇ ਪਿਆਰ ਉਪਰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ, ਤੇ ਫਿਰ ਅੱਠਵੇਂ ਕ੍ਰੋਧ ਹੋਆ ਤਨ ਰਾਸ। ਕੌਣ ਕਹਿੰਦਾ ਉਮਰ ਦਰਾਜ਼ੀ ਦੇ ਨਾਲ ਗੁੱਸਾ ਘਟ ਜਾਏਗਾ? ਗੁੱਸਾ ਤੇ ਤਾਂ ਘਟੇਗਾ ਜੇ ਪ੍ਰਭੂ ਦੀ ਬੰਦਗੀ ਅੰਦਰ ਆਏਗੀ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਏ। ਜੇ ਗੁਰੂ ਸਾਧੂ ਦੀ ਸ਼ਰਨ ਆਵਾਂਗੇ ਤੇ ਨਹੀਂ। ਮਾਰ ਕਹਿੰਦੇ ਅੱਠਵੇਂ ਕ੍ਰੋਧ ਹੋਆ ਤਨ ਨਾਸ, ਜਿੱਥੇ ਉਮਰ ਦੀ ਬਜ਼ੁਰਗੀ ਹੈ ਕ੍ਰੋਧ ਵੀ ਵੱਧ ਗਿਆ। ਨਾਵੇਂ ਧੌਲਾ ਉਬੈ ਸਾਹ, ਦਸਵਾਂ ਦੱਦਾ ਹੁਆ ਸਵਾ। ਸਤਿਗੁਰੂ ਜੀ ਬਖਸ਼ਿਸ਼ ਕਰਨ। ਖੁੱਲਾ ਸਮਾਂ ਪ੍ਰਬੰਧਕਾਂ ਨੇ, ਭਾਈ ਸਾਹਿਬ ਭਾਈ ਕਰਤਾਰ ਸਿੰਘ ਜੀ ਨੇ, ਇੱਥੇ ਪਾਵਨ ਦਰਬਾਰ ਦੇ ਹੈਡ ਗ੍ਰੰਥੀ ਸਾਹਿਬ ਨੇ ਬਖਸ਼ਿਆ। ਮੈਂ ਧੰਨਵਾਦੀ ਹਾਂ, ਕਿਉਂਕਿ ਇਹ ਤਿੰਨ ਸ਼ਬਦਾਂ ਦੀ ਵਿਚਾਰ ਕੀਤੀ ਹੈ। ਚੌਥਾ ਫਿਰ ਆਪ ਸੰਗਤਾਂ ਨਾਲ ਕੱਲ ਨੂੰ ਕਰਾਂਗੇ ਇਸੇ ਸਮੇਂ। ਤਿੰਨ ਸ਼ਬਦ ਸੀ। ਪਹਿਲਾ ਦਿਲੋਂ ਮੁਹੱਬਤ ਜਿਨ ਸਹੀ ਸਚਿਆ, ਇਹ ਸ਼ਬਦ ਕਰਨਾ ਵਿਚਾਰ। ਦੂਜਾ ਸ਼ਬਦ ਕਾਲੀ ਕੋਇਲ ਤੂੰ ਕਿਤਗੁਣ ਕਾਲੀ। ਤੀਜਾ ਸ਼ਬਦ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਚੌਥਾ ਸ਼ਬਦ ਬੋਲਾ ਸ਼ੇਖ ਫਰੀਦ ਪਿਆਰੇ ਅੱਲਾ ਲਗੇ। ਇਹ ਚਾਰ ਹੀ ਸ਼ਬਦ ਨੇ ਬਾਬਾ ਸ਼ੇਖ ਫਰੀਦ ਦੇ। ਜਿਹੜਾ ਹੁਣ ਚੌਥਾ ਸ਼ਬਦ ਰਹਿ ਗਿਆ ਦਿਲੋਂ ਮੁਹੱਬਤ ਜਿਨ, ਇਹ ਹੁਣ ਕੱਲ ਵਿਚਾਰ ਕਰਾਂਗੇ ਤੇ ਨਾਲ ਬਾਬਾ ਫਰੀਦ ਜੀ ਦੇ ਸ਼ਲੋਕ। ਇੱਥੇ ਸਮੇਂ ਦੀ ਸਮਾਪਤੀ ਹੈ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ।